ਐਤਕੀ ਗਰਮੀ 4 ਦਿਨ ਇਹੋ ਜਿਹੀ ਪਈ ਕਿਤੇ ਗਰਮੀ ਜੂਨ 'ਚ ਦਿਖਣੀ 4 ਦਿਨ ਪਈ ਉਹਦਾ ਆਫਟਰ ਇਫੈਕਟ ਇਹ ਹੋਇਆ ਕਿ ਉਹਨੇ ਵੱਡੇ ਪੱਧਰ ਦੇ ਉੱਤੇ ਹੜ੍ਹ ਆ ਗਏ ਆ। ਜਿਹੜੇ ਪੰਜਾਬ ਦੇ ਚੀਫ ਮਿਨਿਸਟਰ ਸਾਹਿਬ ਨੇ ਸਾਰੇ MLA ਨੂੰ ਉਹਨਾਂ ਨੂੰ ਕਿਹਾ ਕਿ ਤੁਸੀਂ ਭੱਜੋ ਤੇ ਆਪ ਤੇ ਉਹ ਵੈਸੇ ਕੱਲ ਮੇਰਾ ਖਿਆਲ ਹਰਿਆਣੇ ਦੇ ਵਿੱਚ ਮੁਫਤ ਬਿਜਲੀ ਦੀਆਂ ਰੈਲੀਆਂ ਕਰਦੇ ਫਿਰਦੇ ਸੀ। ਇੰਨਾ ਹੀ ਆ ਕਿ ਲੋਕਾਂ 'ਚ ਖੜੇ ਹੋ ਤੇ ਨਾਲ ਉਹਨਾਂ ਨੂੰ ਇਹ ਵੀ ਹੁਕਮ ਸੀਗਾ ਕਿ ਇੱਕ ਦੋ ਚਾਰ ਆਪਣੀਆਂ ਫੋਟੋਆਂ ਵੀ ਪਾਇਓ, ਐਵੇਂ ਗੱਪੇ ਨਾ ਘਰੇ ਬੈਠ ਕੇ ਮਾਰ ਦਿਓ ਕਿ ਤੁਸੀਂ ਸੱਚੀ ਮੁੱਚੀ ਗਏ ਆ, ਉਹਦੀਆਂ ਮੈਨੂੰ ਫੋਟੋਆਂ ਭੇਜੋ ਕਿਉਂਕਿ ਭਰੋਸਾ ਤੇ ਅੱਜ ਕੱਲ੍ਹ ਆਪਣੇ ਬੰਦਿਆਂ ਤੇ ਵੀ ਨਹੀਂ ਹੁੰਦਾ। ਪਾਰਟੀਆਂ ਦੇ ਵਿੱਚ ਇੰਡੀਆ ਦੇ ਵਿੱਚ ਲੋਕਾਂ ਦਾ ਬੇਵਕੂਫ ਬਣਾਉਣ ਲਈ, ਲੋਕਾਂ ਨੂੰ ਮੁਫਤਖੋਰੇ ਬਣਾਉਣ ਲਈ ਇੱਕ ਨਵਾਂ ਟ੍ਰੈਂਡ ਚੱਲ ਪਿਆ ਕਿ ਵੋਟਾਂ ਖਰੀਦ ਲਓ ਕਿਸੇ ਤਰੀਕੇ ਨਾਲ ਕਹਿ ਕੇ। ਕੇਜਰੀਵਾਲ ਸਾਹਿਬ ਸੀਗੇ ਉੱਥੇ ਤੇ ਬਾਹਾਂ ਖਿਲਾਰ ਕੇ ਆਪ ਮਾनेंगे नहीं, हमने दिल्ली में मुफ्त कर दी बिजली, मुफ्त जीरो बिल आता है, आप सोच सकते हैं क्या? मुफ्त आ दे देंगे हैं 1000 रुपया। ਇਹਦੇ ਨਾਲੋਂ ਵੱਧ ਕੋਈ ਲਾਂਤ ਵਾਲੀ ਗੱਲ ਹੋ ਸਕਦੀ ਹੈ ਕਿ 18 ਸਾਲ ਤੋਂ 50 ਉੱਪਰ ਦੀਆਂ ਸਾਰੀਆਂ ਹੀ ਔਰਤਾਂ ਨੂੰ ਕਹਿਤਾ ਤੁਹਾਨੂੰ ਮਹੀਨੇ ਦਾ 1000 ਰੁਪਇਆ ਦੇਵਾਂਗੇ ਇਨਡਿਸਕ੍ਰਿਮੀਨੇਟਲੀ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਦੀਪ, ਤੁਸੀਂ ਦੇਖ ਰਹੇ ਹੋ ਕਾਂਸ਼ੀ ਟੀਵੀ। ਅੱਜ ਫੇਰ ਹਾਜ਼ਰ ਹਾਂ ਅਸੀਂ ਕੁਛ ਇੱਦਾਂ ਦੇ ਮਸਲੇ ਲੈ ਕੇ, ਜਿਵੇਂ ਦੇਖਿਆ ਕਿ ਪੰਜਾਬ ਦੇ ਵਿੱਚ ਹੜ੍ਹ ਆ ਰੱਖੇ ਨੇ ਤੇ ਦੂਜੇ ਸਟੇਟਾਂ ਦੇ ਵਿੱਚ ਕੀ ਜਿਹੜੇ ਹਾਲਾਤ ਬਣੇ ਹੋਏ ਨੇ ਲੋਕਾਂ ਦੇ, ਉਹਦੇ ਤੇ ਚਰਚਾ ਕਰਾਂਗੇ। ਸਾਡੇ ਨਾਲ ਚਰਚਾ ਕਰਨ ਲਈ ਹਾਜ਼ਰ ਨੇ ਪ੍ਰੋਫੈਸਰ ਮਨਜੀਤ ਸਿੰਘ ਜੀ। ਪ੍ਰੋਫੈਸਰ ਸਾਹਿਬ ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਧੰਨਵਾਦ ਗੁਰਦੀਪ ਜੀ। ਪ੍ਰੋਫੈਸਰ ਸਾਹਿਬ ਆਪਾਂ ਦੇਖੀਏ ਕਿ ਸਾਰੇ ਜਾਣੇ ਦੇਖ ਰਹੇ ਨੇ ਖਬਰਾਂ ਦੇ ਵਿੱਚ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬਹੁਤ ਮਾੜੀ ਸਿਚੁਏਸ਼ਨ ਆ। 3-4 ਦਿਨਾਂ ਤੋਂ ਮੀਂਹ ਪੈ ਰਿਹਾ ਤੇ ਪਹਾੜਾਂ ਵਿੱਚ ਅਗਰ ਦੇਖੀਏ ਹਿਮਾਚਲ ਦੇ ਵਿੱਚ ਤਾਂ ਕਈ ਚੀਜ਼ਾਂ ਦਾ ਨੁਕਸਾਨ ਹੋਇਆ, ਪੰਜਾਬ 'ਚ ਵੀ ਕਾਫੀ ਨੁਕਸਾਨ ਹੋਇਆ, ਬਹੁਤ ਜ਼ਿਆਦਾ ਪਾਣੀ ਆ ਰਿਹਾ। ਕਈ ਜ਼ਿਲ੍ਹਿਆਂ 'ਚ 9 ਜ਼ਿਲ੍ਹਿਆਂ 'ਚ ਰੈੱਡ ਅਲਰਟ ਵੀ ਜਾਰੀ ਕੀਤੇ ਹੋਏ ਨੇ। ਟਰਾਈ ਸਿਟੀ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਦਿੱਕਤ ਹੈਗੀ ਆ। ਪ੍ਰੋਫੈਸਰ ਸਾਹਿਬ ਕਿੱਦਾਂ ਦੇ ਹਾਲਾਤ ਨੇ? ਦੇਖੋ ਪੰਜਾਬ ਦੇ ਵਿੱਚ ਤੇ ਇਸ ਵੇਲੇ 5 ਜ਼ਿਲ੍ਹਿਆਂ ਦੇ ਵਿੱਚ ਆਰਮੀ ਨੂੰ ਬੁਲਾਇਆ ਆ, 15 ਜ਼ਿਲ੍ਹਿਆਂ ਦੇ ਵਿੱਚ NDRF ਨੂੰ ਜਿਹੜੀ ਡਿਜ਼ਾਸਟਰ ਮੈਨੇਜਮੈਂਟ ਦੀਆਂ ਫੋਰਸਿਸ ਆ ਉਹਨਾਂ ਨੂੰ ਐਕਟਿਵ ਕੀਤਾ ਹੋਇਆ। 9 ਜ਼ਿਲ੍ਹੇ ਜਿਹੜੇ ਹੈ ਮਾਲਵੇ ਦੇ ਉਹਨਾਂ 'ਚ ਰੈੱਡ ਅਲਰਟ ਆ। ਮੋਹਾਲੀ ਜਾਂ ਇੱਥੋਂ ਲੈ ਲਓ ਤੁਸੀਂ, ਮੋਟੇ ਤੌਰ 'ਤੇ ਸਮਝ ਲਓ ਵੀ ਜਿਹੜਾ ਕੰਢੀ ਦਾ ਏਰੀਆ ਸਾਰਾ ਹੀ ਹੈ ਉਹ ਇਸ ਦੀ ਲਪੇਟ ਦੇ ਵਿੱਚ ਆ। ਤੇ ਸਤਲੁਜ ਦੇ ਨਾਲ ਦੇ ਜਿਹੜੇ ਇਲਾਕੇ ਆ ਉੱਥੇ ਵੀ ਕਾਫੀ ਪਾਣੀ ਚੜ੍ਹ ਗਿਆ ਤੇ ਕੁਝ ਪਾਣੀ 'ਚ ਡੁੱਬੇ ਆ। ਉਹਨਾਂ ਨੂੰ ਉੱਥੋਂ ਦੂਰ ਜਾਣ ਲਈ ਕਹਿ ਦਿੱਤਾ ਗਿਆ ਆ। ਐਡਮਿਨਿਸਟ੍ਰੇਸ਼ਨ ਆਪਣੀ ਵੱਲੋਂ ਜੋ ਵੀ ਜਿਸ ਤਰ੍ਹਾਂ ਹੁਣ ਲਾਸਟ ਮੂਮੈਂਟ ਦੇ ਉੱਤੇ ਅੱਖੀਂ ਪਲਾਈ ਹੱਥ ਮਾਰਨੇ ਹੁੰਦੇ ਉਹ ਲੱਗੇ ਹੋਏ ਆ। ਪਰ ਦੇਖਣ ਵਾਲੀ ਗੱਲ ਇਹ ਆ ਕਿ ਮੇਰਾ ਖਿਆਲ ਸਾਡੀ ਹੋਸ਼ ਵਿੱਚ ਸ਼ਾਇਦ ਇੰਨਾ ਪਾਣੀ ਕਦੀ ਵੀ ਮੈਨੂੰ ਨੇੜੇ ਤੇੜੇ ਦੀ ਜ਼ਿੰਦਗੀ 'ਚ ਨਹੀਂ ਕਦੀ ਦੇਖਿਆ ਕਿ ਅਚਾਨਕ ਇੰਨਾ ਜ਼ਿਆਦਾ ਪਾਣੀ। ਇਹਦਾ ਕਾਰਨ ਇਹ ਇਕੱਲਾ ਪੰਜਾਬ 'ਚ ਮੀਂਹ ਨਹੀਂ ਪੈ ਰਿਹਾ ਹੈ, ਇਹ ਪੂਰੇ ਰੀਜਨ ਦੇ ਵਿੱਚ ਹੀ ਜਿਸ ਤਰੀਕੇ ਨਾਲ ਵੈਸਟਰਨ UP ਹੈਗੀ ਹੈ ਔਰ ਖਾਸ ਕਰਕੇ ਉੱਤਰਾਖੰਡ, ਹਿਮਾਚਲ, ਜੰਮੂ ਕਸ਼ਮੀਰ ਤੇ ਇੱਥੋਂ ਦੇ ਦਰਿਆ ਹੀ ਪੰਜਾਬ ਦੇ ਵਿੱਚ ਤੇ ਪੱਛਮੀ ਪੰਜਾਬ ਜਾਂਦੇ। ਅਜੇ ਸਾਨੂੰ ਤੇ ਅਜੇ ਪਾਕਿਸਤਾਨੀ ਪੰਜਾਬ ਦੇ ਵਿੱਚ ਕਿੰਨਾ ਕੁ ਡੁੱਬ ਗਿਆ ਕਿੰਨਾ ਕੁ ਬਚਿਆ ਉਹਦਾ ਤੇ ਸਾਨੂੰ ਉਸ ਪਾਸੇ ਦਾ ਪਤਾ ਨਹੀਂ ਲੱਗ ਰਿਹਾ। ਅੱਜ ਅਸੀਂ ਉਹਦੀ ਵੀ ਪਤਾ ਲੈਂਦੇ ਹਾਂ ਕਿਉਂਕਿ ਸਾਨੂੰ ਆਪਣੀ ਹੋਸ਼ ਹੋਵੇ ਆਪਣੇ ਕੰਮਾਂ ਤੋਂ ਤੇ ਅਸੀਂ ਦੂਜੇ ਵੱਲ ਦੇਖਾਂਗੇ। ਪਰ ਹਾਲਾਤ ਇੰਨੇ ਬਣੇ ਆ, 16-17 ਬੰਦੇ ਦੀ ਡੈਥ ਦੀ, 6 ਤੇ ਮੇਰੇ ਖਿਆਲ ਹਿਮਾਚਲ ਵਿੱਚ ਹੀ ਹੋ ਗਏ ਆ। ਇਸ ਦੇ ਕਾਰਨ ਦਾ ਜਿਹੜੀ ਆ ਉਹ ਬੜੇ ਓਬਵੀਅਸ ਆ। 2-3 ਕਾਰਨ ਜਿਹੜੇ ਆ, ਇੱਕ ਤੇ ਬੰਦਿਆਂ ਨੇ ਇੰਨੀ ਅੱਤ ਚੁੱਕ ਲਈ ਸਾਡੀ ਜਿਹੜੀ ਮਨੁੱਖ ਜਾਤੀ ਹੈ ਕਿ ਉਹ ਸਮਝਦੇ ਆ ਕਿ ਧਰਤੀ ਤੇ ਅਸੀਂ ਆਪਣੀ ਜੇਬ 'ਚ ਪਾ ਕੇ ਆਪਣੀ ਇਹਦੀ ਸਪੀਡ ਵੀ ਉਹਨਾਂ ਦਾ ਮਨ ਕਰੇ ਤੇ ਆਪਣੀ ਉਂਗਲ ਦੇ ਉੱਤੇ ਜਿਵੇਂ ਗਲੋਬ ਨੂੰ ਘੁਮਾਉਂਦੇ ਆ ਨਾ ਵੀ ਇੰਝ ਅਸੀਂ ਇਹਦੀ ਸਪੀਡ ਕਰ ਦਿਆਂਗੇ। ਇਹ ਹਾਲਾਤ ਬਣਾਏ ਆ ਤੇ ਉਸ ਦਾ ਰਿਐਕਸ਼ਨ ਕੁਦਰਤ ਵੱਲੋਂ ਹੈਗਾ ਭਾਈ ਤੁਸੀਂ ਜੰਗਲੀ ਕੱਟੀ ਜਾਂਦੇ ਆ, ਤੁਸੀਂ ਹਵਾ ਦਾ ਇੰਨਾ ਕਰ ਦਿੱਤਾ, ਪੋਲਿਊਸ਼ਨ ਕਰਤੀ ਆ। ਰੋਜ਼ ਕਦੀ ਫਰਾਂਸ ਕਾਨਫਰੰਸਾਂ ਹੁੰਦੀਆਂ, ਕਦੀ ਯੂਰਪ 'ਚ ਹੁੰਦੀਆਂ, ਕਦੀ ਕਿਤੇ ਹੁੰਦੀਆਂ, ਕਦੀ ਅਮਰੀਕਾ ਨੂੰ ਗਲ 'ਚ ਅੰਗੂਠਾ ਦੇ ਕੇ ਕਹਿੰਦੇ ਆ ਤੁਸੀਂ ਜਿਹੜਾ ਕਾਰਬਨ ਟੈਕਸ ਦਿਓ। ਉਹ ਮੁੜ ਕੇ ਉਸ ਗੱਲ ਤੋਂ ਭੱਜ ਲੈਂਦੇ ਆ ਵੀ ਸਭ ਤੋਂ ਵੱਧ ਅਮਰੀਕਾ ਵਰਗੇ ਦੇਸ਼ ਜਿਹੜੇ ਆ ਉਹ ਹਵਾ ਦੇ ਵਿੱਚ ਕਾਰਬਨ ਨੂੰ ਭੇਜ ਰਹੇ ਆ, ਉਹਦੇ ਕਰਕੇ ਜਿਹੜਾ ਉੱਪਰ ਇਫੈਕਟ ਹੁੰਦਾ ਹਵਾ ਨਾਲ, ਇਹ ਸਾਰੀ ਇਨਵਾਇਰਮੈਂਟਲ ਚੇਂਜ ਕਰਕੇ ਉਹਦੇ ਕਰਕੇ ਹੋ ਰਿਹਾ। ਇੱਕ ਤੇ ਦੂਸਰਾ ਜਿਹੜਾ ਇਹਦਾ ਸਾਡੀ ਪਲੈਨਿੰਗ ਦਾ, ਫੋਰੈਸਟ ਏਰੀਏ ਦਾ ਵੀ ਮੈਂ ਨਾਲ ਹੀ ਦੱਸ ਦਿਆਂ ਜਿਹੜਾ ਇਨਵਾਇਰਮੈਂਟ ਦਾ ਹੈਗਾ।
इंडिया की जे हालात दसीए तो इस वेले 22% के करीब करीब फॉरेस्ट एरिया साढ़े को है, जद कि 33% होना चाहिए। ਇਹਦਾ मतलब 11 दूना 22 ਤੇ 11 ਤੇ 33, ਜਾਣੀ जिन्ना होना चाहिए ਉਹਦਾ सिर्फ 66% आ, जद कि उन्ना नहीं हैगा जिन्ना होना चाहिए। 33% होना चाहिए। वैसे मैं होर भी खबरां स्कैन कर रहा सी, देख रहा सी कि नॉर्थ ईस्ट के जिन्ने भी सूबे छोटे छोटे सूबे आए आसाम तो परां उत्थे तो फॉरेस्ट एरिया 75% तक 70% तक, अरुणाचल प्रदेश बड़े सोहने, मैं उत्थे रह के भी आया, वाकई बहुत ज़्यादा थिक फॉरेस्ट है, बड़े लंबे चौड़े फॉरेस्ट। पर बाकी जगह के उत्ते जिथे खासकर प्लेन, हुण इत्थे दा हिसाब ला लो 3.5 के 3.25%, 3.5% पंजाब दे विच फॉरेस्ट, कित्थे 33% चाहिए, कित्थे असीं 4.25% भी नहीं है, 3.5 तो थोड़ा जिहा उपर हैगा 3.67%। ये हालात पंजाब दी है। ਜਿਹੜੇ ਜਿਹੜੇ भी ਅਸੀਂ नेचर ਨਾਲ कुदरत ਨਾਲ खिलवाड़ करते, ਹੁੰਦਾ ਕੀ ਹੈ एनवायरमेंटली, एक तो ਜਿਹੜਾ ਉੱਪਰ ਅਫੈਕਟ ਹੁੰਦਾ ਆ ਕਲਾਊਡ ਦਾ, ਕਵਰੇਜ ਦਾ, ਜਿਹੜਾ ਕਾਰਬਨ ਦਾ ਅਫੈਕਟ ਹੁੰਦਾ, ਉਹਦੇ ਨਾਲ ਹੀਟ ਜਨਰੇਟ ਹੋਣੀ, ਹੀਟ ਟ੍ਰੈਪ ਹੁੰਦੀ ਆ। ਦੂਸਰਾ ਫੋਰੈਸਟ ਜਿਹੜੇ ਆ ਉਹ ਤੁਹਾਨੂੰ ਜਿਸ ਤਰੀਕੇ ਨਾਲ ਸਾਡੇ ਲੰਗਸ ਸਾਨੂੰ ਜਦੋਂ ਸਾਹ ਲੈਂਦੇ ਆ ਤੇ ਸਾਡੀ ਬਾਡੀ ਨੂੰ ਠੰਡਾ ਕਰਕੇ ਰੱਖਦੇ ਆ, ਜਾਂ ਹੋਰ ਆਪਾਂ ਹੈ ਨਾ, ਉਸੇ ਤਰੀਕੇ ਨਾਲ ਇਹ हवा तो साफ करते ही करते आ फॉरेस्ट, वो टैंपरेचर नूं मेनटेन रखते हैं, जी अचानक टैंपरेचर उपर जाती उन्होंने रोकते आ। मैं तो कित्थे देखा साडे ते अपनी जमीन तराई दे एरिए दे विच हैगी है, यूपी दे विच जून दे विच भी तुहानूं कई बारी रजाइयां लैणियां पैंदियां, जानी फॉरेस्ट दा इन्ना ज़्यादा असर हुंदा टैंपरेचर उत्ते, रात दी टैंपरेचर ते खास करके मैं कहना। ते वो जिहड़ियां चीज़ां जदों फॉरेस्ट कट दोगे, जदों इन्हां दिनां दे विच जिहड़े मरीडियन ते जिथे ज़्यादा गर्म हुंदा सारियां तो ज़्यादा ग्लोब दे उत्तों दी जिहड़े देश पैंदे आ जां इलाके पैंदे आ, वो चक दिंदे आ, बाल दिंदे आ एकदम। ऐतकी गर्मी 4 दिन इहो जी पई, किते गर्मी जून च दिखनी 4 दिन पई, ਉਹਦਾ आफ्टर इफैक्ट ये होया कि उन्हें वड्डे पद्धर के उत्ते हड़ आ गए। इसलिए जे असी सारियां चीज़ां नूं एक संतुलन दे विच रखना, संतुलन दे विच, ये मैं कुदरत की गल कर रहा, तां फिर ये जरूरी है। ये तो गुरबाणी च भी लिखा, गुरदीप पवन गुरु पानी पिता माता धरत मात। जे धरती नूं मां समझोगे तो उन्होंने तंग नहीं करोगे, परेशान नहीं करोगे, उन्होंने कट्टो वड्डोगे अपनी मर्जी दे नाल नहीं, किधर मर्जी कुछ भी कर दो, जहरां पा दो, कुछ भी कर दो। हालत ये आ पंजाब दे अंदर धरती नूं तबाह करन वाली, जिहड़ी जिहदे करके ये सारा कुछ हो रहा, धरती नूं तबाह करन वाली हालात ये हैगी है कि जिहड़े बन्नियां तो घाह खोद के दलित साडियां बीबियां जां साडे भाई जिहड़े लैके आउंदे सी ते बकरियां छोटियां मੱਝਾਂ गावां नूं पा लैंदे सी, ਉਹਦੇ ਤੇ ਵੀ ਸਪਰੇਅ ਕਰ ਦਿੰਦੇ ਆ ਜੀ। ਕਈਆਂ ਦੇ ਜਿਹੜੇ ਆ ਪਸ਼ੂ ਬਿਮਾਰ ਹੁੰਦੇ ਸੀ, ਹੈਗਾ ਘਾਹ ਦੇ ਉੱਤੇ, ਇਹ ਦੇਖਦੇ ਨਾ ਆਪਾਂ, ਯਾਨੀ ਕਿੱਥੇ ਤੱਕ ਪਹੁੰਚ। ਮੂੰਗੀ ਆ ਜੀ, ਕਹਿੰਦੇ ਜੀ ਅਖੇ ਕੋਈ ਗਿਆ ਪਿੰਡ ਵਿੱਚ, ਕਹਿੰਦੇ ਯਾਰ ਮੂੰਗੀ ਤੁਸੀਂ ਬੀਜੀ ਹੋਈ ਥੋੜੀ ਦੇ ਦਿਓ, ਖੇਤ ਦੀ ਆ, ਕਹਿੰਦਾ ਰੁਕ ਜਾ ਇੱਕ ਦਿਨ, ਇਹ ਪੱਕਣ ਵਾਲੀ ਆ, ਕੱਲ ਤੱਕ ਪੱਕ ਜਾਣੀ। ਉਹ ਕਹਿੰਦਾ ਇੰਨੀ ਸਪੀਡ ਨਾਲ ਕਿਹੜੀ, ਕਹਿੰਦਾ ਸਪਰੇਅ ਕੀਤਾ ਹੋਇਆ ਜੀ। ਮੂੰਗੀ ਪਕਾਉਣ ਲਈ ਸਪਰੇਅ ਕਰ ਦਿੰਦੇ ਆ, ਸੜ ਜਾਂਦੇ ਪੱਤੇ 3 ਦਿਨਾਂ 'ਚ, ਕਹਿੰਦੇ ਜੀ ਮੂੰਗੀ ਪੱਕ ਗਈ। ਜਾਣੀ ਇਹ ਕਿਤੇ ਇੱਥੇ ਤਾਂ ਮੈਨੂੰ ਚੀਜ਼ ਦੀ, ਹਰ ਇੱਕ ਚੀਜ਼ ਦੀ, ਬੰਦਿਆਂ ਵੀ ਫੈਕਟਰੀਆਂ 'ਚ ਨਾ ਬੰਦੇ ਪੈਦਾ ਕਰਨ ਲੱਗ ਜਾਣ, ਇਹੋ ਜਿਹੀ ਹਾਲਾਤ ਬਣੀ ਪਈ ਹੈ। ਟੈਸਟ ਟਿਊਬਾਂ 'ਚ ਹੋ ਹੀ ਰਹੇ ਨਹੀਂ ਹਾਂ, ਉਹ ਤਾਂ ਚਲੋ ਇੱਕ ਨੈਚੁਰਲ ਟਾਈਮ ਤਾਂ ਇਹਦੇ 'ਤੇ ਮਤਲਬ ਤੁਸੀਂ ਛੱਡ ਦਿਓ, ਜੋ ਖਿਲਵਾੜ ਅਸੀਂ ਨੇਚਰ ਨਾਲ ਕਰ ਰਹੇ ਹਾਂ। पानी का तो पता ही है, जो पंजाब के अंदर पीण वाले पानी की दिक्कत आ रही है, यहो जी हालात की हुई है लोगों को। मैनूं तो लगता हर घर च एक दो, हर बंदा एक बैग पा के पै रहा करू, एक पासे ऑक्सीजन होगी, एक पासे पानी होगा। यहो जी हालात साडे देश के अंदर बनती जा रही है, तबाही है, जिहदा रिएक्शन गुस्सा आक्रोश जिहड़ी है नेचर अपना कढ़ दी है कि मैं तुहानूं हिला के तो दस दूंगी। नेचर कहिंदी, कुदरत कहिंदी है कि मेरी शक्ति की है, तुसी मेरे ते हावी होना चाहुंदे, तुसी मैनू तबाह करना चाहुंदे, मैं तुहानूं इस धरती ते छड्डूंगी नहीं। जिवें डायनासोर अज नहीं मिलते, उन्हां दे हड्डियां हुड्डियां पिंजर पुराना कुछ थोड़ा बहुत मिलता, जे आपां भी अत चुक लवांगे जां अपने कद नूं एडा वड्डा डायनासोर वांगू बनाउण दी कोशिश करांगे तो ये होगा। मैं दूसरी गल भी नाल ही दस दियां, इस तों पहिलां कि तुहाडे सवाल लवां। दूजी गल ये हुई है कि साडी जिहड़ी प्लैनिंग, कोई प्लैनिंग टाउन प्लैनिंग है ही नहीं जी। हो की रहा उहदे च कि सीवरेज पैने आ, पाउंदे ही नहीं। मैं एक इत्थे मोहाली दे नेड़े किते टीचरां दे नाल रल के प्लाट लै लिया, वो बंदे दी सारी जिहड़े प्लाट विकणे खरीदने
ਐਡਮਿਨਿਸਟ੍ਰੇਸ਼ਨ ਨੇ ਇਸ ਕਰਕੇ ਬੰਦ ਕਰਤੇ ਕਿ ਉਹਨੇ ਸੀਵਰੇਜ ਪਾਇਆ ਹੀ ਨਹੀਂ। ਉਹਨੂੰ ਆ ਵੀ ਮੈਂ ਆਪਣੇ ਪਲਾਟ ਵੇਚ ਕੇ ਕਰਕੇ ਤੇ ਗਾਂ ਚਲੇ ਜਾਵਾਂ। ਉਹ ਜੀ ਬੜੇ ਲੋਕਾਂ ਨੂੰ ਜਾਣੀ ਇਸ ਤਰ੍ਹਾਂ ਕਿ ਇਹਦੇ ਬਿਲਡਰ ਹੈਗੇ ਆ, ਪੈਸਾ ਦੇ ਕੇ ਕਰਪਸ਼ਨ ਨਾਲ ਵੱਡੀ ਖੋਰੀ ਦੇ ਨਾਲ ਹਰ ਇੱਕ ਤਰੀਕੇ ਨਾਲ ਆਪਣਾ ਕੰਮ ਲੋਕਾਂ ਦੇ ਜੇਬਾਂ 'ਚੋਂ ਪੈਸੇ ਕਢਾ ਕੇ ਭੱਜਣਾ ਚਾਹੁੰਦੇ। ਜਿਸ ਤਰ੍ਹਾਂ ਟਰੈਵਲ ਏਜੰਟ ਦਾ ਇਹੋ ਹੀ ਹਾਲ ਆ, ਜੋ ਬਾਹਰ ਲੋਕਾਂ ਨੇ ਉਹ ਦੇਖਿਆ 700 ਮੁੰਡੇ ਕੈਨੇਡਾ, ਉਹੀ ਹਾਲ ਸਾਡੇ ਇੱਥੇ ਜਿਹੜੇ ਬਿਲਡਰਸ ਹੈਗੇ ਆ ਉਹਨਾਂ ਦਾ। ਕੁਛ ਕੁ ਨੂੰ ਛੱਡ ਲਓ ਜਿਹੜੇ ਗਿਣੇ ਚੁਣੇ ਆ, ਜਿਹੜੇ ਇਮਾਨਦਾਰੀ ਨਾਲ ਕੰਮ ਕਰਦੇ ਆ, ਪਰ ਬਾਕੀ ਜ਼ਿਆਦਾਤਰ ਇਹ ਹਾਲਤ ਇਹ ਹੈਗੀ ਆ ਕਿ ਲੁੱਟ ਲਓ। ਉਹ ਕੀ ਕਰਦੇ ਆ ਤੁਸੀਂ ਜਾਣਦੇ ਹੀ ਆ ਕਿ ਜਿੱਥੇ ਨਹੀਂ ਵੀ ਕਿਤੇ ਕੋਈ ਵੀ ਕਲੋਨੀ ਮੜ ਜਾ ਕਰਤਾ, ਪੱਧਰਾ ਕਰਤਾ, ਤੇ ਜਿੱਥੇ ਕਿਤੇ ਪਾਣੀ ਸਦਾ ਵਹਿੰਦਾ ਸੀਗਾ ਉਹਦੇ ਵਿੱਚ ਵੱਡੀਆਂ 18 ਮੰਜ਼ਲਾਂ ਜਿਹੜੀਆਂ ਬਿਲਡਿੰਗਾਂ ਬਣਾਤੀਆਂ। ਉਹ ਹੁਣ ਹਾਲਾਤ ਆ, ਸੀਵੇਜ ਦਾ ਸਿਸਟਮ ਕੋਈ ਨਹੀਂ, ਜਿਹੜੇ ਵਾਟਰ ਸਟੋਰਮਸ ਜਿਹਨੂੰ ਕਹਿੰਦੇ ਵੱਡੇ ਪਾਈਪ ਥੱਲੇ ਪਾ ਕੇ ਪਾਣੀ ਕੱਢਣਾ ਹੁੰਦਾ। ਮੈਂ ਅੱਜ ਗੁਰਦੀਪ ਦੇਖਣ ਲਈ, ਕਿਉਂਕਿ ਆਪਾਂ ਲੋਕਾਂ ਕੋਲ ਗੱਲ ਪਹੁੰਚਾਉਣੀ ਹੁੰਦੀ ਹੈ, ਆਪ ਚੱਪਲ ਪਾ ਕੇ ਮੈਂ 2 ਕਿਲੋਮੀਟਰ ਦੇ ਏਰੀਏ 'ਚ ਚੱਕਰ ਲਾ ਕੇ ਆਇਆ। ਇੰਨਾ ਬੁਰਾ ਹਾਲ ਸੀ ਕਿ ਚੰਡੀਗੜ੍ਹ ਦੇ ਅੰਦਰ ਵੀ ਪੁਲਿਸ ਡੰਡੇ ਲੈ ਕੇ ਤੇ ਉਹ ਜਿਹੜੇ ਸਟੋਰਮ ਦੀਆਂ ਮੋਰੀਆਂ ਕੂੜਾ ਕਚਰਾ ਕੱਢ ਰਹੇ ਸੀ ਪੁਲਿਸ ਵਾਲੇ। ਇਹ ਹਾਲਾਤ ਸੀ। ਪਾਣੀ ਗੋਡੇ ਸਾਰੇ ਚੌਂਕਾਂ ਦੇ ਵਿੱਚ, ਗੱਡੀਆਂ ਵਿਚਾਰੇ ਰੁਕ ਗਈਆਂ, ਬੁਰਾ ਹਾਲ। ਚੰਗੀ ਗੱਲ ਇਹ ਕਿ ਬੱਚਿਆਂ ਦੇ ਸਕੂਲ ਬੰਦ ਕਰਤੇ ਆ 13 ਤਰੀਕ ਤੱਕ, ਚੰਡੀਗੜ੍ਹ 'ਚ ਵੀ ਆ, ਪੰਜਾਬ 'ਚ ਵੀ ਬੰਦ ਕਰਤੇ। ਪਰ ਇਹ ਤਾਂ ਇੱਕ ਕਿਸਮ ਦੀ ਮੈਨੇਜਮੈਂਟ ਆ। ਤੁਸੀਂ ਟਾਊਨ ਪਲੈਨਿੰਗ ਕਰਦੇ ਕਿਉਂ ਨਹੀਂ? ਤੁਹਾਨੂੰ ਪਤਾ ਹੀ ਆ ਲੁਧਿਆਣਾ ਕਿਹੋ ਜਿਹਾ ਸ਼ਹਿਰ ਆ, ਤੁਸੀਂ ਉੱਥੇ ਦੇ ਰਹਿਣ ਵਾਲੇ ਆ। ਲੁਧਿਆਣੇ ਦੇ ਅੰਦਰ ਚਾਰੇ ਪਾਸੇ ਸਲਾਮੀ ਆ। ਵੋਟਾਂ ਲੈਣ ਵੇਲੇ ਪੋਲੀਟੀਕਲ ਪਾਰਟੀ ABC ਆਊਗੀ, ਭਾਈ ਕੋਈ ਗੱਲ ਨਹੀਂ ਤੁਹਾਡੇ ਅਸੀਂ ਇਹ ਕਲੋਨੀਆਂ ਕਰ ਦੇਣੀਆਂ, ਪੱਕੀਆਂ ਵੋਟਾਂ ਪਾ ਦਿਓ। ਵੋਟਾਂ ਹੈ ਹੀ ਉਹਨਾਂ ਕੋਲ, ਔਰ 90% ਵੋਟਾਂ ਉਹ ਪਾਉਂਦੇ ਵੀ ਹੈਗੇ। ਵੋਟਾਂ ਪਵਾ ਕੇ ਉਹ ਫਿਰ ਉਹਨਾਂ ਦੀਆਂ ਕਲੋਨੀਆਂ ਦਿੱਲੀ 'ਚ ਪੱਕੀਆਂ ਕੀਤੀਆਂ, ਇੱਥੇ ਕਰ ਦੇਣੀਆਂ। ਜਿੱਦਣ ਪਾਣੀ ਆਊ ਇਹੋ ਜਿਹਾ, ਜਦੋਂ ਤੁਸੀਂ ਪਲੈਨਿੰਗ ਦੇ ਨਾਲ ਹੀ ਨਹੀਂ ਕੀਤਾ, ਲੋਕ ਪਹਿਲਾਂ ਬਹਿ ਗਏ, ਫਿਰ ਉਹਨੂੰ ਤੁਸੀਂ ਰੈਗੂਲਰਾਈਜ਼ ਕਰ ਦਿੱਤਾ, ਪੱਕੇ ਕਰਤਾ, ਤੇ ਉਹ ਤੇ ਡੁੱਬਣਗੇ। ਤੇ ਲੋਕਾਂ ਨੂੰ ਤਾਂ ਨਹੀਂ ਪਤਾ, ਉਹ ਤੇ ਮਜਬੂਰੀ ਵਾਸ ਕਹਿੰਦੇ ਆ ਕਿ ਸਾਨੂੰ ਕੋਈ ਜ਼ਮੀਨ ਦਿਓ, ਸਿਰ ਲੁਕਾਉਣ ਲਈ ਦਿਓ। ਤੇ ਇਹ ਤੇ ਸਰਕਾਰਾਂ ਨੇ ਸੋਚਣਾ ਕਿ ਅਸੀਂ ਜਿਹੜੇ ਸਾਡੇ ਵੀ ਜਨਤਾ ਜਨਾਰਦਨ ਹੈ ਉਹਨਾਂ ਦੇ ਸਿਰ ਢੱਕਣ ਲਈ, ਉਹਨਾਂ ਦੇ ਪੇਟ ਲਈ, ਉਹਨਾਂ ਦੀ ਸਿੱਖਿਆ ਲਈ, ਉਹਨਾਂ ਦੀ ਸਿਹਤ ਲਈ ਅਸੀਂ ਸਾਧਨ ਕਿਵੇਂ ਕਰਨੇ। ਇੱਥੇ ਤਾਂ ਕੁਝ ਹੋਰ ਹੀ ਚੱਲਿਆ ਹੋਇਆ। ਜੇ ਕੋਈ ਤੁਹਾਡੇ ਹੋਰ ਆਪਣੇ ਨਿੱਜੀ ਤਜਰਬੇ, ਤੁਹਾਡੇ ਵੀ ਪਾਣੀ ਆਣ ਵੜਿਆ, ਸਕੂਟੀ ਡੁੱਬ ਗਈ, ਅੱਜ ਮੈਨੂੰ ਦੱਸਿਓ। ਤਾਂ ਅੱਜ ਦੇ ਸਾਨੂੰ ਲੱਗਦਾ ਸੀ ਪ੍ਰੋਗਰਾਮ ਹੀ ਰਹਿ ਜਾਣਾ, ਪਰ ਤੁਸੀਂ ਹਿੰਮਤ ਨਾਲ ਆਟੋ ਕਰਕੇ ਆ ਗਏ ਆ। ਜੀ ਪ੍ਰੋਫੈਸਰ ਸਾਹਿਬ, ਆਪਾਂ ਸੁਣਿਆ ਸੀ ਸਿਆਣੇ ਕਹਿੰਦੇ ਹੁੰਦੇ ਸੀ ਕਿ ਜਿਹੜੀਆਂ ਨੈਚੁਰਲ ਨਦੀਆਂ ਨੇ, ਦਰਿਆ ਨੇ, ਕੁਦਰਤੀ ਦਰਿਆ, ਉਹ ਹਜ਼ਾਰਾਂ ਸਾਲਾਂ ਬਾਅਦ ਵੀ ਆਪਣੇ ਰਸਤੇ ਬਣਾ ਲੈਂਦੇ ਨੇ। ਤੁਸੀਂ ਜਿਵੇਂ ਗੱਲ ਕੀਤੀ ਆ ਕਿ ਇੱਥੇ ਇੰਨੀ ਕਰਪਸ਼ਨ ਆ ਕਿ ਪ੍ਰਸ਼ਾਸਨ ਦੇ ਨਾਲ ਮਿਲ ਕੇ ਗੈਰ ਕਾਨੂੰਨੀ ਕਲੋਨੀਆਂ ਕੱਟੀਆਂ ਜਾਂਦੀਆਂ ਨੇ, ਜਦ ਕਿ ਪ੍ਰੋਪਰ ਨਕਸ਼ੇ ਬਣਦੇ ਨੇ। ਇੱਕ ਕਿਸੇ ਗੱਲ ਬਜ਼ੁਰਗ ਨੇ ਮੈਨੂੰ ਦੱਸਿਆ ਸੀ, ਬਜ਼ੁਰਗ ਕਹਿ ਰਹੇ ਸੀ ਕਿ ਇੱਕ ਵਾਰ ਇੱਥੇ ਮੋਹਾਲੀ ਦੇ ਏਰੀਏ 'ਚ ਜਦੋਂ ਹੜ੍ਹ ਆਏ ਸੀ ਤਾਂ ਉੱਥੋਂ ਦੇ DC ਨੇ ਇੱਕ ਵਾਰ ਉੱਥੋਂ ਦਾ ਮੈਪ ਮੰਗਵਾ ਕੇ, ਪੁਰਾਣਾ ਮੈਪ ਮੰਗਵਾ ਕੇ, ਉਹਦੇ 'ਚੋਂ ਉਹਨੇ ਚੈੱਕ ਕੀਤਾ ਸੀ ਕਿ ਇੱਥੇ ਕਿੱਥੇ ਨਦੀ ਹੁੰਦੀ ਸੀ। ਫਿਰ ਉਹਨੇ ਦੱਸਿਆ ਸੀ ਕਿ ਹੜ੍ਹ ਇਸ ਲਈ ਵੀ ਪਾਣੀ ਤੁਹਾਨੂੰ ਜਿਹੜਾ ਇਹ ਨੁਕਸਾਨ ਕਰ ਰਿਹਾ, ਕਿਉਂਕਿ ਜਿੱਥੇ ਨਦੀਆਂ ਦਾ ਕੁਦਰਤੀ ਬਹਾਓ ਹੈਗਾ ਸੀ, ਉਹ ਸਾਰੇ ਤੁਸੀਂ ਕੁਦਰਤੀ ਬਹਾਓ ਸਾਰਿਆਂ ਨੂੰ ਰੋਕ ਦਿੱਤੇ ਤੇ ਉੱਥੇ ਤੁਸੀਂ ਨੇ ਜਿਹੜੀਆਂ ਬਿਲਡਿੰਗਾਂ ਬਣਾ ਲਈਆਂ ਨੇ। ਹੁਣ ਦੇਖਿਆ ਜਿਹੜੇ ਪਾਣੀ ਦਾ ਪਹਾੜ ਨੇ, ਜਿਹੜੇ ਹੁਣ ਦੇਖਿਆ ਹਿਮਾਚਲ 'ਚ ਜਿਹੜਾ ਪਾਣੀ ਆਉਂਦਾ, ਉਹਨਾਂ ਨੂੰ ਕੀ ਪਤਾ ਕਿ ਚੰਡੀਗੜ੍ਹ 'ਚ ਬਿਲਡਿੰਗਾਂ ਬਣ ਗਈਆਂ ਨੇ, ਮੋਹਾਲੀ 'ਚ ਬਿਲਡਿੰਗਾਂ ਬਣ ਗਈਆਂ ਜੀ। ਉਹਨਾਂ ਨੇ ਆਪਣੇ ਤਰੀਕੇ ਨਾਲ ਆ ਕੇ, ਆਪਾਂ ਦੇਖੇ ਚੱਪੜਚਿੜੀ ਦੇ ਲਾਗੇ ਹਜ਼ਾਰਾਂ ਏਕੜ ਜਿਹੜੀ ਜ਼ਮੀਨ ਸੀ, ਦੱਸਿਆ ਲੋਕਾਂ ਨੇ ਕਿ ਉੱਥੇ ਨਦੀਆਂ ਚੱਲਦੀਆਂ ਸੀ। ਉੱਥੇ ਦੇ ਲੋਕਲ ਲੋਕ ਦੱਸ ਰਹੇ ਨੇ ਕਿ ਉਹ ਨਦੀਆਂ ਨੂੰ ਉਹਨਾਂ ਨੇ ਵੇਚ ਕੇ, ਇੰਡਸਟਰੀਅਲਿਸਟ ਨੇ ਜਿਹੜੇ ਬਿਲਡਰ ਨੇ, ਉਹਨਾਂ ਨੇ ਉੱਥੇ ਵੀ ਕਲੋਨੀਆਂ ਬਣਾਈਆਂ ਨੇ। ਆਪਾਂ ਦੇਖਿਆ ਡੇਰਾਵਾਸੀ ਦੇ ਵਿੱਚ ਬਿਲਕੁਲ ਆਪਾਂ ਦੇਖੇ ਲੋਕ 50-60 ਲੱਖ ਰੁਪਏ ਲਾ ਕੇ, ਘੱਟੋ ਘੱਟ 50-60 ਲੱਖ ਰੁਪਏ ਜੇ 1 BHK ਕੇ ਖਰੀਦਦੇ ਨੇ। ਉੱਥੇ ਦੇਖਿਆ ਕਿ ਕਿੰਨੀ ਆਲੀਸ਼ਾਨ ਬਿਲਡਿੰਗ ਦੇ ਵਿੱਚ ਪਾਣੀਆਂ ਕਿਸ਼ਤੀਆਂ ਚੱਲ ਰਹੀਆਂ ਨੇ। ਇੱਥੇ ਮੋਹਾਲੀ ਦੇ ਵਿੱਚ ਤਾਂ ਇੱਕ ਇਦਾਂ ਦੀ ਬਿਲਡਿੰਗ ਵੀ ਦੇਖਿਆ ਕਿ ਇੱਕ ਕੋਠੀ ਆ ਜਿਹੜੀ ਉਹ ਪੂਰੀ ਦੀ ਪੂਰੀ ਥੱਲੇ ਆ ਗਈ ਆ। ਤੇ ਇਹਦੇ ਪਿੱਛੇ ਪ੍ਰੋਫੈਸਰ ਸਾਹਿਬ ਜਿਵੇਂ ਪ੍ਰਸ਼ਾਸਨ ਦੀ ਕਰਪਸ਼ਨ ਆ, ਇਹਦੇ ਲਈ ਪ੍ਰਸ਼ਾਸਨ ਨੂੰ ਅੱਗੇ ਤੋਂ ਕੀ ਧਿਆਨ ਦੇਣ ਯੋਗ ਜਿਹੜੀਆਂ ਗੱਲਾਂ ਨੇ ਉਹ ਕਰਨੀ? ਨਹੀਂ, ਇੱਥੇ ਤੇ ਕੁਛ ਨਹੀਂ ਹੈ ਜਦ ਤੱਕ ਪੋਲੀਟੀਸ਼ੀਅਨ ਸਾਡੇ ਸੁਧਰਦੇ ਨਹੀਂ ਹੈ, ਕਿਉਂਕਿ ਬਹੁਤ ਸਾਰਾ ਪੈਸਾ ਬਿਲਡਰ ਤੇ ਪੋਲੀਟੀਸ਼ੀਅਨ ਰਲ ਕੇ ਇਸ ਗੱਲ ਦਾ ਬਣਾਉਂਦੇ ਆ। ਸਸਤੀ ਜ਼ਮੀਨ ਹੁੰਦੀ ਆ, CLU ਕਹਿੰਦੇ ਆ ਨਾ ਕਲੀਅਰੈਂਸ, ਲੈਂਡ ਕਲੀਅਰੈਂਸ ਜਿਹੜਾ ਲੈਣਾ ਪੈਂਦਾ ਆ ਕਿ ਹੁਣ ਖੇਤੀ ਵਾਲੀ ਜ਼ਮੀਨ ਨੂੰ ਅਸੀਂ ਇੱਥੇ ਬਿਲਡਿੰਗ ਬਣਾ ਸਕਦੇ ਹਾਂ। ਉਹਦਾ ਵੀ ਪੈਸਾ ਉਹਦਾ ਪੋਲੀਟੀਕਲ ਬੰਦਿਆਂ ਨਾਲ ਰਲ ਕੇ ਉਹ ਸਾਰਾ ਹੁੰਦਾ। ਇੱਥੇ ਤੇ ਕੋਈ ਵੱਡਾ ਹੀ ਕੋਈ ਜਾਣੀ ਚੱਲੇ ਕੰਮ ਤੇ ਤਾਂ ਹੀ ਸੂਤਰ ਆ ਸਕਦਾ। ਸਾਡੇ ਨਾ ਇੱਕ ਇਮਾਨਦਾਰੀ ਨਹੀਂ ਹੈ। ਜਾਣੀ ਕਹਿੰਦੇ ਤੇ ਹੈ, ਨਾਰੇ ਤੇ ਸਾਡੇ ਪੋਲੀਟੀਸ਼ੀਅਨ ਲਾਉਂਦੇ ਆ, ਪੱਕੇ ਦੇਸ਼ ਭਗਤ, ਕੱਟੜ ਦੇਸ਼ ਭਗਤ, ਕੱਟੜ ਇਮਾਨਦਾਰ, ਤੇ ਜਿਹੜਾ ਕਿਰਦਾਰ ਉਹਦੇ ਬਿਲਕੁਲ ਆਪੋਜ਼ਿਟ ਆ। ਇਸ ਲਈ ਜਦ ਤੱਕ ਸਾਡਾ ਕਿਰਦਾਰ ਹੀ ਨਹੀਂ, ਕਰੈਕਟਰ ਹੀ ਕੋਈ ਨਹੀਂ ਹੈਗਾ ਕਿ ਅਸੀਂ
ਭਈ ਇੱਥੇ ਕੋਈ ਬੰਦੇ ਰਹਿਣਗੇ, ਉਹਨਾਂ ਦਾ ਪੈਸਾ ਡੁੱਬ ਜੂਗਾ, ਪਤਾ ਨਹੀਂ ਕਿੰਨੇ ਸਾਰੀ ਉਮਰ ਦੀ ਕਮਾਈ ਉੱਥੇ ਲਾਈ ਹੋਣੀ ਆ, ਬੈਂਕ ਦਾ ਵੀ ਕਰਜ਼ਾ ਚੜਿਆ ਹੋਣਾ, ਜੇ ਉਹਦੀ ਬਿਲਡਿੰਗ ਢਹਿ ਗਈ ਜਾਂ ਉਹ 'ਚ ਪਾਣੀ ਚਲਾ ਗਿਆ, ਸਮਾਨ ਤਬਾਹ, ਕਿੰਨੇ ਲੋਕਾਂ ਦਾ ਆਪਾਂ ਗਿਣਾ ਨਹੀਂ ਸਕਦੇ ਅੱਜ ਪੰਜਾਬ ਦੇ ਵਿੱਚ ਰੋ ਰਹੇ ਆ, ਤਰਸ ਰਹੇ ਆ, ਕਿਸੇ ਦਾ ਕੁਛ, ਕਿਸੇ ਦਾ ਤੁਸੀਂ ਦੱਸ ਰਹੇ ਸੀ ਲੈਪਟਾਪ ਤੈਰ ਰਹੀਆਂ ਨੇ, ਚੀਜ਼ਾਂ ਫਰਿੱਜਾਂ, ਮਤਲਬ ਡੰਗਰ ਹੋਰ ਸਾਰਾ ਕੁਝ ਬੁਰਾ ਹਾਲ ਹੋ ਗਿਆ ਹੈ ਉਸ ਦਾ। ਤੇ ਅਸੀਂ ਕੋਈ ਅਜੇ ਮਤਲਬ ਉਹ ਤੇ ਹੁਣ ਜਿਵੇਂ ਜਿਵੇਂ ਤੁਹਾਡੇ ਸਾਹਮਣੇ ਪੱਤਰ ਪ੍ਰੇਰਕ ਜਾਣਗੇ, ਪਾਣੀ ਉਤਰੂਗਾ ਤੇ ਸਾਰੀਆਂ ਕੁਝ ਜਿਹੜੀਆਂ ਐਡਮਿਨਿਸਟ੍ਰੇਸ਼ਨ ਵੀ ਉਸ ਨੂੰ ਸਾਰਾ ਸਰਵੇ ਕਰਨਗੇ ਤੇ ਪਤਾ ਲੱਗੂਗਾ ਕਿ ਕਿੱਡਾ ਵੱਡਾ ਨੁਕਸਾਨ ਹੋਇਆ। ਪਰ ਅੱਜ ਜਿਹੜੇ ਸਾਡੇ ਅਸੀਂ ਜਿੰਨਾ ਕੁ ਵੀ ਸਾਡੇ ਕੋਲ ਖਬਰ ਪਹੁੰਚ ਰਹੀ ਹੈ ਉਹਦੇ ਮੁਤਾਬਕ ਬਹੁਤ ਵੱਡਾ ਜਿਹੜਾ ਨੁਕਸਾਨ ਪੰਜਾਬ ਦੇ ਵਿੱਚ ਇਸ ਵੇਲੇ ਫਸਲਵਾੜੀ ਦਾ ਵੀ, ਸ਼ਹਿਰਾਂ ਦੇ ਵਿੱਚ ਪਾਣੀ ਦਾ। ਚੰਡੀਗੜ੍ਹ ਦੇ ਵਿੱਚ ਇੱਕ ਗੁਲਮੋਹਰ ਮੋਹਾਲੀ ਦੇ ਨੇੜੇ ਗੁਲਮੋਹਰ ਕਲੋਨੀ ਆ, ਕਹਿੰਦੇ ਉਹਦਾ ਫਸਟ ਫਲੋਰ ਤੇ ਡੁੱਬੇ ਗਿਆ। ਕੱਲ ਇੱਥੇ ਕੁਛ ਜਿਹੜੇ ਬੰਦਿਆਂ ਨੂੰ ਲਾਇਆ ਆ, ਜਿਹੜੇ ਪੰਜਾਬ ਦੇ ਚੀਫ ਮਿਨਿਸਟਰ ਸਾਹਿਬ ਨੇ ਸਾਰੇ MLA ਨੂੰ ਉਹਨਾਂ ਨੂੰ ਕਿਹਾ ਕਿ ਤੁਸੀਂ ਭੱਜੋ, ਤੇ ਆਪ ਤੇ ਉਹ ਵੈਸੇ ਕੱਲ ਮੇਰਾ ਖਿਆਲ ਹਰਿਆਣੇ ਦੇ ਵਿੱਚ ਮੁਫਤ ਬਿਜਲੀ ਦੀਆਂ ਰੈਲੀਆਂ ਕਰਦੇ ਫਿਰਦੇ ਸੀ, ਕਿਉਂਕਿ ਉੱਥੇ ਚੋਣਾਂ ਆਉਣ ਵਾਲੀਆਂ ਆ, ਹਰਿਆਣੇ ਦੀਆਂ ਵੀ ਚੋਣਾਂ ਆਉਣ ਵਾਲੀਆਂ, ਤੇ ਉਹ ਆਪਣੇ ਰਾਜਨੀਤਿਕ ਕੰਪੇਨ ਤੇ ਕੇਜਰੀਵਾਲ ਨਾਲ ਲੱਗੇ ਹੋਏ ਸੀ ਜਦ ਪੰਜਾਬ ਡੁੱਬ ਰਿਹਾ ਸੀ। ਜੀ ਪ੍ਰੋਫੈਸਰ ਸਾਹਿਬ, ਤੁਸੀਂ ਦੱਸਿਆ ਕਿ ਜਿਵੇਂ ਆਪਣੇ ਪੰਜਾਬ ਦੇ CM ਸਾਹਿਬ ਨੇ ਉਹ ਤਾਂ ਬਾਹਰ ਕੰਪੇਨ ਕਰਦੇ ਫਿਰਦੇ ਨੇ ਕੇਜਰੀਵਾਲ ਦੇ ਨਾਲ, ਤੇ ਦੂਜੇ ਪਾਸੇ ਕੁਝ MLA ਵੀ ਹੈਗੇ ਨੇ ਪ੍ਰੈਜ਼ੀਡੈਂਟ ਸਰਕਾਰ ਦੇ ਨਾਲ ਵੀ ਨੇ, ਉਹਨਾਂ ਦੇ ਲਈ ਸ਼ਲਾਘਾਯੋਗ ਇਹ ਆ ਕਿ ਗਰਾਊਂਡ ਤੇ ਜਾ ਕੇ ਆਪਣੇ ਟਰੈਕਟਰ ਲੈ ਕੇ, ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਜਿਹੜਾ ਇੰਜੀਨੀਅਰਿੰਗ ਕਾਲਜ ਆ ਫਤਿਹਗੜ੍ਹ ਸਾਹਿਬ, ਉੱਥੋਂ ਵੀ ਰੈਸਕਿਊ ਕਰ ਰਹੇ ਨੇ ਸਟੂਡੈਂਟਸ ਨੂੰ, ਟੀਚਰ ਨੂੰ ਰੈਸਕਿਊ ਕਰ ਰਹੇ ਨੇ ਕੁਝ, ਤੇ ਜਿਹੜੇ ਆਪਣੇ ਸਿਹਤ ਮੰਤਰੀ ਨੇ ਉਹ ਵੀ ਗਰਾਊਂਡ ਤੇ ਫਿਰ ਰਹੇ ਨੇ। ਇਸ ਤੋਂ ਇਲਾਵਾ NDRF ਦੀਆਂ ਟੀਮਾਂ ਆਈਆਂ ਹੋਈਆਂ ਨੇ। ਆਪਾਂ ਦੇਖਿਆ ਕਿ ਇੱਥੇ ਚੰਡੀਗੜ੍ਹ ਤਾਂ ਇੱਕ ਟਰਾਈ ਸਿਟੀ ਦੇ ਲਾਗੇ ਤਾਗੇ ਤਾਂ ਲੋਕਾਂ ਨੂੰ ਰੈਸਕਿਊ ਕੋਈ ਨਾ ਕੋਈ ਕਰ ਦਿੰਦਾ। ਮਰਿੰਡੇ ਦੇ ਵਿੱਚ ਆਪਾਂ ਪਤਾ ਲੱਗਿਆ ਅੱਜ ਬੜੇ ਹਾਲਾਤ ਮਾੜੇ ਸੀ, ਉੱਥੇ ਉਹ ਸਵੇਰ ਦੇ 6 ਵਜੇ ਦੇ ਲੋਕੀ ਫੋਨ ਕਰ ਰਹੇ ਸੀ, ਕੋਈ ਵੀ ਉੱਥੇ NDRF ਦੀ ਟੀਮ ਨਹੀਂ ਪਹੁੰਚੀ ਹੈਗੀ, ਖਾਸ ਕਰਕੇ ਜਿਹੜਾ ਇਹ ਏਰੀਆ। ਤੇ ਇਹ ਜਿਹੜੀ ਸਰਕਾਰ ਦੇ ਜਿਹੜੇ ਹੁਣ ਤੱਕ ਕਦਮ ਚੱਕੇ ਨੇ, ਉਹ ਕਦਮਾਂ ਪਿੱਛੇ ਸਰਕਾਰ ਨੇ ਕੀ ਕੀਤਾ ਤੇ ਕੀ ਜਾਰੀ ਕਰ ਰਹੇ ਨੇ, ਸਰਕਾਰ ਦੀਆਂ ਕੀ ਸਟੇਟਮੈਂਟਾਂ ਨੇ? ਨਹੀਂ ਦੇਖੋ, ਜਿਹੜਾ ਤੇ ਕੱਲ ਸੀਗਾ, ਕੱਲ ਤੇ ਹੁਕਮ ਚੀਫ ਮਿਨਿਸਟਰ ਸਾਹਿਬ ਨੇ ਉੱਥੋਂ ਹੀ ਮੇਰਾ ਖਿਆਲ ਹਰਿਆਣੇ ਚੋਂ ਹੀ ਦੇ ਦਿੱਤੇ ਹੋਣੇ ਆ, ਦਫ਼ਤਰ ਰਾਹੀਂ ਦੇਣੇ ਆ, ਕਿਹੜਾ ਕਿਤੇ ਆ ਕੇ ਕੱਲੇ ਕੱਲੇ ਦੇ ਕੰਨ 'ਚ ਕਹਿਣਾ ਹੁੰਦਾ। ਉਹ ਹੁਕਮ ਸੀਗੇ ਕਿ ਜਿੰਨੇ ਵੀ ਸਾਡੇ MLA ਸਾਹਿਬ ਆ ਜਾਂ ਮਿਨਿਸਟਰ ਹੈਗੇ ਆ, ਉਹ ਆਪੋ ਆਪਣੇ ਏਰੀਏ 'ਚ ਚਲੇ ਜਾਓ ਤੇ ਜਾ ਕੇ ਕਰੋ। ਵੀ ਉਹਨਾਂ ਦੇ ਕੋਲ ਕਿਹੜੀ, ਜਦੋਂ ਹੜ੍ਹ ਆ ਗਿਆ ਤੇ ਉਹ ਕਾਹਦੇ ਨਾਲ ਰੋਕ ਦੇਣਗੇ? ਇੰਨਾ ਹੀ ਆ ਕਿ ਲੋਕਾਂ 'ਚ ਖੜੇ ਹੋ, ਤੇ ਨਾਲ ਉਹਨਾਂ ਨੂੰ ਇਹ ਵੀ ਹੁਕਮ ਸੀਗਾ ਕਿ ਇੱਕ ਦੋ ਚਾਰ ਆਪਣੀਆਂ ਫੋਟੋਆਂ ਵੀ ਪਾਇਓ, ਐਵੇਂ ਗੱਪੇ ਨਾ ਘਰੇ ਬੈਠ ਕੇ ਮਾਰ ਦਿਓ ਕਿ ਤੁਸੀਂ ਸੱਚੀ ਮੁੱਚੀ ਗਏ ਆ, ਉਹਦੀਆਂ ਮੈਨੂੰ ਫੋਟੋਆਂ ਭੇਜੋ, ਕਿਉਂਕਿ ਭਰੋਸਾ ਤੇ ਅੱਜ ਕੱਲ੍ਹ ਆਪਣੇ ਬੰਦਿਆਂ ਤੇ ਵੀ ਨਹੀਂ ਹੁੰਦਾ। ਇਸ ਕਿਸਮ ਦੇ ਆਰਡਰ ਸੀਗੇ। ਉਹਦਾ ਚਲੋ ਮਾੜਾ ਮੋਟਾ ਅਸਰ ਵੀ ਹੋਇਆ ਹੋਊਗਾ। ਜਿਨ੍ਹਾਂ ਫੋਟੋਆਂ ਜ਼ਿਆਦਾ ਪਾਈਆਂ ਹੋਣਗੀਆਂ ਉਹ ਅਸਲ 'ਚ ਐਵੇਂ ਮਾੜੀ ਜਿਹੀ ਗੇੜੀ ਲਾ ਕੇ ਆ ਗਏ ਹੋਣਗੇ। ਜਿਨ੍ਹਾਂ ਨੇ ਫੋਟੋ ਨਹੀਂ ਪਾਈ ਹੋਣੀ ਜਾਂ ਘੱਟ ਪਾਈਆਂ ਹੋਣੀਆਂ, ਉਹ ਲੋਕਾਂ ਦੇ ਵਿੱਚ ਕੰਮ 'ਚ ਬਿਜ਼ੀ ਹੋਣਗੇ, ਫੋਟੋਆਂ ਲਵਾਉਣ 'ਚ ਥੋੜ੍ਹੀ ਹੋਣਗੇ। ਇਸ ਕਿਸਮ ਦਾ ਤੇ ਵਖਰੇਵਾਂ ਹੁੰਦਾ ਹੀ ਹੈ। ਪਰ ਅਫਸੋਸ ਦੀ ਗੱਲ ਇਹ ਹੈ ਕਿ ਜਿਹੜੀ ਹੋਣ ਵਾਲੀ ਪੋਲੀਟਿਕਸ ਆ, ਜੇ ਆਪਾਂ ਹੜ੍ਹਾਂ ਤੋਂ ਇੱਕ ਪਾਸੇ ਵੀ ਦੇਖੀਏ, ਇਹ ਕਿੱਧਰ ਨੂੰ ਲਿਜਾ ਰਹੇ ਆ ਸਾਰੇ ਬੰਦੇ? ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ। ਮੁਫਤ ਖੋਰੇ। ਮੈਂ ਮੱਧ ਪ੍ਰਦੇਸ਼ ਦੇ ਵਿੱਚ ਭਗਵੰਤ ਮਾਨ ਨੂੰ ਦੇਖਿਆ, ਪਰਸੋਂ ਦੀ ਉੱਥੇ ਰੈਲੀ ਸੀਗੀ, ਵਿੱਚੇ केजरीवाल साहब सीगे उत्थे, तो मामा खिलार के आप मानेंगे नहीं, हमने दिल्ली में मुफ्त कर दी बिजली, मुफ्त जीरो बिल आता है, आप सोच सकते हैं क्या? मतलब लोगों को इन्ना लोभ दिता जा रहा, उन्होंने करप्ट किया जा रहा कि तुसी मुफ्त कोरे हो जाओ, तुसी क्यों बिल दिन्ने आ? चाहिए दिया कि उन्होंने बिजली पूरी दो, उन्होंने बिजली सस्ती दिओ, बिल्कुल जे महंगी है तो, पर तुसी मुफ्त खोरे क्यों बना रहे हैं? किस गल दा तुसी सरकारी खजाने के नां ते वोटां खरीदणियां चाहुंदे हैं? इस गल दा इलैक्शन कमीशन नूं कंपेन नूं इस नूं रोकना चाहिए। यही गल कांग्रेस ने भी उत्थे करनाटका दे विच कह के अपनी सरकार मजबूत बनाई है। पार्टियां दे विच इंडिया दे विच लोकां दा बेवकूफ बनाउण लई, लोकां नूं मुफ्त खोरे बनाउण लई एक नवां ट्रेंड चल पिया कि वोटां खरीद लो किसी तरीके नाल कह के। तो दूजे पासे मैं नाल ये भी कह दियाँ कि साडा जलूस इन्ना ज़्यादा निकल रहा है गुरदीप, आ जिहड़ियां हुणे पश्चिमी बंगाल दीयां चोणां हो के हटियां, लगभग जानी उन्होंने 82,000 के करीब बंदे सेंट्रल फोर्सिस दे मंगे सी, पुलिस CRPF होर जिहड़ियां फोर्सिस कि साढ़े इत्थे बड़े पद्धर ते सारे पश्चिमी बंगाल दे विच वोटर 5 करोड़ वोटर जां किन्ने वोटर आ कि उन्होंने वोटां पाउणियां, ते इसलिए सानू बड़ा खतरा। इन्ना कुछ करन दे बावजूद भी 17 बंदे फिर भी मर गए, जिस चों 8-9 बंदे जिहड़े आ TMC दे हैगे आ, उहदे च CPM दा भी आ, कांग्रेस दा भी आ, BJP दे भी आ, होरना इस तरह कुल मिला के इस तरीके नाल ज़्यादा बंदे जिहड़े आ तृणमूल कांग्रेस दे जिहड़े TMC। गुरदीप ये किहो जिहियां चोणां बई?
ਜੇ ਇੱਕ ਪੰਚਾਇਤਾਂ ਦੀਆਂ ਚੋਣਾਂ ਦਾ ਇਹ ਹਾਲ ਆ ਕਿ ਤੁਹਾਨੂੰ ਵੱਡੇ ਪੱਧਰ ਤੇ ਸੈਂਟਰਲ ਫੋਰਸਿਸ ਮੰਗਾਉਣੀਆਂ ਪੈ ਰਹੀਆਂ ਕਿਉਂਕਿ ਪੁਲਿਸ ਵੋਟਾਂ ਪਵਾਉਣ ਲਈ ਸક્ષਮ ਨਹੀਂ ਔਰ ਲੋਕ ਵੋਟਰ ਪੁਲਿਸ ਦੀ ਹਾਜ਼ਰੀ ਦੇ ਵਿੱਚ ਜਿਹੜੀ ਕਿ ਇੱਕ ਸਟੇਟ ਕੰਟਰੋਲ ਕਰਦੀ ਆ ਉਹਨਾਂ ਦਾ ਵਿਰੋਧੀਆਂ ਦਾ ਭਰੋਸਾ ਨਹੀਂ ਬਣ ਰਿਹਾ ਕਿ ਉਹ ਉੱਥੇ ਸਾਡੀ ਜਾਨ ਮਾਲ ਦਾ ਜਿਹੜਾ ਨੁਕਸਾਨ ਨਹੀਂ ਹੋਊਗਾ। ਤਾਂ ਇਸ ਕਿਸਮ ਦਾ ਇਹ ਕਿਹੋ ਜਿਹੀ ਡੈਮੋਕ੍ਰੇਸੀ ਹੈ ਬਈ ਤੁਸੀਂ ਇਹਦਾ ਮਤਲਬ ਲੋਕਾਂ ਨੂੰ ਧੱਕੇ ਨਾਲ ਡਰਾ ਕੇ ਧਮਕਾ ਕੇ ਉਸ ਕਿਸਮ ਦੀਆਂ ਵੋਟਾਂ ਸਾਰੀਆਂ ਕਰਵਾਉਣਾ ਚਾਹੁੰਦੇ ਆ। ਇਹ ਤੇ ਗੁਰਦੀਪ ਬੜਾ ਮੈਨੂੰ ਤੇ ਲੱਗਦਾ ਅਸੀਂ ਦੁਨੀਆ ਦੇ ਸਾਹਮਣੇ ਵੀ ਤੇ ਆਪਣੇ ਲੋਕਾਂ ਸਾਹਮਣੇ ਵੀ ਦੇਸ਼ ਦੀ ਡੈਮੋਕ੍ਰੇਸੀ ਦਾ ਦੇਸ਼ ਦੇ ਸੰਵਿਧਾਨ ਦਾ ਦੇਸ਼ ਦੀ ਚੋਣ ਪ੍ਰਣਾਲੀ ਦਾ ਜਲੂਸ ਕੱਢ ਕੇ ਰੱਖਤਾ। ਜੇ ਇਸੇ ਤਰ੍ਹਾਂ ਹੀ ਰਿਹਾ ਇੱਕ ਪਾਸੇ ਆ ਮੁਫਤਖੋਰੀ ਮੁਫਤ ਆ ਦੇ ਦਿਆਂਗੇ ਆ ਦੇ ਦਿਆਂਗੇ ਆ ਦੇ ਦਿਆਂਗੇ ਹੈ ਹਜ਼ਾਰ ਰੁਪਈਆ ਇਹਦੇ ਨਾਲੋਂ ਵੱਧ ਕੋਈ ਲਾਂਤ ਵਾਲੀ ਗੱਲ ਹੋ ਸਕਦੀ ਹੈ ਕਿ 18 ਸਾਲ ਤੋਂ 50 ਉੱਪਰ ਦੀਆਂ ਸਾਰੀਆਂ ਹੀ ਔਰਤਾਂ ਨੂੰ ਕਹਿਤਾ ਤੁਹਾਨੂੰ ਮਹੀਨੇ ਦਾ 1000 ਰੁਪਈਆ ਦੇਵਾਂਗੇ ਇਨਡਿਸਕ੍ਰਿਮੀਨੇਟਲੀ। ਉਹ ਅਸੀਂ ਕਿਹਾ ਜਿਹੜੀਆਂ ਦਲਿਤ ਔਰਤਾਂ ਆ ਗਰੀਬ ਔਰਤਾਂ ਹੋਣ ਕਿਸੇ ਵੀ ਸਮੁਦਾਇ ਦੀਆਂ ਔਰਤਾਂ ਹੋਣ ਪੇਂਡੂ ਹੋਣ ਸ਼ਹਿਰੀ ਹੋਣ ਉਹਨਾਂ ਨੂੰ ਦੇ ਦਿਓ ਪਰ ਉਹਨਾਂ ਦੀਆਂ ਬੱਚੀਆਂ ਨੂੰ ਪੈਸੇ ਦਿਓ ਜਿਹੜੀਆਂ 18 ਸਾਲ ਤੱਕ ਦੀਆਂ ਵੋਟ ਨਹੀਂ ਪਾਉਂਦੀਆਂ। ਇਨਡਾਇਰੈਕਟਲੀ ਵੋਟ ਖਰੀਦਣ ਦਾ ਲੱਗ ਰਿਹਾ ਜੀ। ਇਨਡਾਇਰੈਕਟਲੀ ਕਿ ਸਿੱਧੀ ਆ ਇਨਡਾਇਰੈਕਟ ਕੀ ਹੈ ਵੀ 18 ਸਾਲ ਤੋਂ ਉੱਪਰ ਵੋਟ ਬਣਦੀ ਹੈ ਤੇ ਜੇ ਅੱਧੀਆਂ ਔਰਤਾਂ ਆ ਬਿਲਕੁਲ ਹੈ ਤੇ ਅੱਧੀਆਂ ਵੋਟਾਂ ਨੂੰ ਤਾਂ ਸਿੱਧਾ ਹੀ ਲਾਲਚ ਦੇ ਕੇ ਵੋਟਾਂ ਖਰੀਦ ਲਈਆਂ। ਤੁਸੀਂ ਜਿਹੜੇ ਲੁੱਕ ਕੇ ਪੈਸੇ ਦਿੰਦੇ ਸੀਗੇ ਤੇ ਰਾਜ ਪੁਲਿਸ ਫੜਦੀ ਆ ਜਾਂ ਦਾਰੂ ਭੇਜਦੇ ਲੁੱਕ ਲਾ ਕੇ ਫੀਮ ਭੇਜਦੇ ਜਾਂ ਹੋਰ ਨਸ਼ੇ ਭੇਜਦੇ ਆ ਲੁੱਕ ਲਿਖਾ ਕੇ ਤੇ ਉਹ ਤੇ ਲੁਕਣ ਲਕਾਉਣ ਵਾਲੀ ਗੱਲੇ ਨਹੀਂ। ਤੁਸੀਂ ਸਿੱਧਾ ਐਲਾਨ ਹੀ ਕਰ ਦਿਓ ਵੀ ਅਸੀਂ ਤੁਹਾਨੂੰ ਪੈਸੇ ਦੇਵਾਂਗੇ ਮੁਫਤ ਬਿਜਲੀ ਤੁਹਾਨੂੰ ਝੂਟੇ ਦੇਵਾਂਗੇ ਬੱਸਾਂ ਦੇ ਤੁਹਾਨੂੰ ਆਹ ਦੇਵਾਂਗੇ। ਤੇ ਇਹ ਤੇ ਕਿਉਂ ਨਹੀਂ ਸਰਕਾਰ ਰੋਕਦੀ ਜਿਹੜੀ ਸਾਡੀ ਇਲੈਕਸ਼ਨ ਕਮਿਸ਼ਨ ਰੋਕਦਾ ਇਹਨਾਂ ਪਾਰਟੀਆਂ ਨੂੰ ਲਗਾਮ ਦੇਣ ਦੀ ਲੋੜ ਆ। ਨਹੀਂ ਤੇ ਜੋ ਹੁਣ ਜਿਸ ਤਰ੍ਹਾਂ ਹੋਇਆ ਜੇ ਤੁਸੀਂ ਇਸ ਪਾਸੇ ਨੂੰ ਤੁਰੋਗੇ ਤਾਂ ਵਿਕਾਸ ਨਹੀਂ ਹੋਊਗਾ ਪੰਜਾਬ ਦਾ ਵਿਨਾਸ਼ ਹੋਊਗਾ। ਉਹ ਆਪਣਾ ਪੈਸਾ ਲੁੱਟ ਕੇ ਵਿਦੇਸ਼ਾਂ 'ਚ ਲੈ ਜਾਣਗੇ ਪੋਲੀਟੀਸ਼ੀਅਨ ਤੁਸੀਂ ਇੱਥੇ ਡੰਡੇ ਵਜਾਉਂਦੇ ਰਹਿ ਜਿਓ। ਪ੍ਰੋਫੈਸਰ ਸਾਹਿਬ ਇੱਕ ਪਾਸੇ ਤੁਸੀਂ ਦੱਸਿਆ ਕਿ ਜਿੱਦਾਂ ਪੱਛਮੀ ਬੰਗਾਲ ਦੇ ਵਿੱਚ ਇਲੈਕਸ਼ਨਾਂ ਦੇ ਵਿੱਚ ਪੰਚਾਇਤੀ ਇਲੈਕਸ਼ਨਾਂ 'ਚ ਹਿੰਸਾ ਹੋ ਰਹੀ ਹੈ ਦੂਜੇ ਪਾਸੇ ਆਪਾਂ ਦੇਖਿਆ ਹਾਲੇ ਜਿਹੜਾ ਮੱਧ ਪ੍ਰਦੇਸ਼ ਦੇ ਵਿੱਚ ਜਿਹੜੇ ਇੱਕ ਦਲਿਤ ਵਿਅਕਤੀ ਦੇ ਉੱਤੇ ਮੂੰਹ ਦੇ ਉੱਤੇ ਪਿਸ਼ਾਬ ਕੀਤਾ ਗਿਆ ਸੀ ਉਹ ਹਲੇ ਮਸਲਾ ਠੰਡਾ ਨਹੀਂ ਹੋਇਆ ਸੀ ਉਹਦੇ ਤੇ ਵੀ ਸ਼ਾਇਦ ਪ੍ਰੈਸ਼ਰ ਪਾਇਆ ਗਿਆ ਕਿ ਉਹ ਕਹਿ ਰਿਹਾ ਕਿ ਜਿਹੜੇ ਬੰਦੇ ਨੇ ਮੇਰੇ ਤੇ ਪਿਸ਼ਾਬ ਕੀਤਾ ਸੀ ਉਹਨੂੰ ਮਾਫ ਕਰ ਦਿੱਤਾ ਜਾਵੇ ਜਦੋਂ ਕਿ ਅਗਲਾ ਆਪਾਂ ਦੇਖੀਏ CRPC ਕਹਿ ਰਹੀ ਹੈ SC/ST ਐਕਟ ਕਹਿ ਰਿਹਾ ਕਿ ਜਿਹੜੇ ਇਦਾਂ ਦੇ ਅਫੈਂਸ ਹੈਗੇ ਨੇ ਜਿਹੜੇ ਨਾਨ ਅਵੇਲੇਬਲ ਅਫੈਂਸ ਨੇ ਜਿਹੜੇ ਹੀਨੀਅਸ ਕ੍ਰਾਈਮਸ ਨੇ ਉਹਨਾਂ ਵਿੱਚ ਕੰਪਰੋਮਾਈਜ਼ ਨਹੀਂ ਹੋ ਸਕਦਾ। ਇਹਦੇ ਤੇ ਤਾਂ ਸਟੇਟ ਨੂੰ ਖੁਦ ਦਾ ਖੁਦ ਇਹ ਕਰਨਾ ਚਾਹੀਦਾ ਕਿ ਉਹਦੇ ਤੇ ਕੰਪਰੋਮਾਈਜ਼ ਨਹੀਂ ਹੋਵੇਗਾ। ਦੂਜੇ ਪਾਸੇ ਹਲੇ ਉਹ ਮਸਲਾ ਠੰਡਾ ਨਹੀਂ ਹੋਇਆ ਸੀ। ਗਵਾਲੀਅਰ ਦੇ ਵਿੱਚ ਇੱਕ ਹੋਰ ਜਿਹੜਾ ਗੋਲੂ ਗੁੱਜਰ ਨਾਮ ਦਾ ਵਿਅਕਤੀ ਹੈ ਤੇ ਉਹਦੇ ਨਾਲ ਹੋਰ ਕੁਝ ਜਿਹੜੇ ਕਿ ਅਪਰ ਕਾਸਟ ਹਿੰਦੂ ਨੇ ਉਹਦੇ ਨਾਲ ਕੁਝ ਹੋਰ 2-3 ਵਿਅਕਤੀ ਸੀ ਉਹਨਾਂ ਨੇ ਇੱਕ ਮੁਸਲਿਮ ਮੋਹਸਿਨ ਖਾਨ ਦੇ ਨਾਮ ਦੇ ਇੱਕ ਵਿਅਕਤੀ ਨੂੰ ਚਲਦੀ ਜਿਹੜੀ ਗੱਡੀ ਆ ਉਹਦੇ ਵਿੱਚ ਉਹਦੀ ਵੀਡੀਓ ਆ ਰਹੀ ਹੈ ਬਾਹਰ ਕਿਉਂਕਿ ਵੀਡੀਓ ਬਣਾਉਣ ਵਾਲੇ ਉਹਦੇ ਕੋਈ ਸਾਥੀ ਹੋਣਗੇ ਉਹਨੂੰ ਜਲੀਲ ਕਰਕੇ ਸ਼ਾਇਦ ਉਹ ਵੀਡੀਓ ਫੈਲਾਉਣਾ ਚਾਹੁੰਦੇ ਨੇ। ਉਹ ਕਹਿ ਰਿਹਾ ਕਿ ਉਹ ਜੁੱਤੀ ਨੂੰ ਆਪਣੀਆਂ ਉਹਦਾ ਮੂੰਹ ਲਗਾ ਰਿਹਾ ਤੇ ਉਸ ਤੋਂ ਬਾਅਦ ਉਹ ਕਹਿ ਰਿਹਾ ਕਿ ਮੈਨੂੰ ਕਹਿ ਕਿ ਗੋਲੂ ਗੁੱਜਰ ਮੇਰਾ ਬਾਪ ਹੈ। ਪ੍ਰੋਫੈਸਰ ਸਾਹਿਬ ਕਿੱਧਰ ਨੂੰ ਚੱਲ ਪਿਆ ਜਿਹੜਾ ਸਟੇਟ ਆ ਨਹੀਂ ਦੇਖੋ ਬਿਨਾਂ ਛਤਰੀ ਤੋਂ ਬਿਨਾਂ ਪ੍ਰੋਟੈਕਸ਼ਨ ਤੋਂ ਬਿਨਾਂ ਉਹਨਾਂ ਕਿਸੇ ਵੀ ਬੰਦੇ ਦੀ ਇਹ ਹਿੰਮਤ ਨਹੀਂ ਹੋ ਸਕਦੀ। ਤੁਸੀਂ ਸੋਚ ਸਕਦੇ ਆ ਵੀ ਤੁਹਾਡੇ ਨਾਲ ਤੁਸੀਂ ਕਿਸੇ ਨਾਲ ਇੰਜ ਕਰੋਗੇ ਤਾਂ ਤੁਸੀਂ ਬਚੇ ਰਹੋਗੇ। ਇਹ ਜਿਹੜੇ ਬੰਦੇ ਆ ਇਹ ਜਾਣ ਬੁੱਝ ਕੇ ਪੈਦਾ ਕੀਤੇ ਗਏ ਸਮਾਜ ਦੇ ਅੰਦਰ ਤਾਂ ਕਿ ਜਦੋਂ ਵੀ ਲੋੜ ਪਏ ਤੇ ਉਹਨਾਂ ਕੋਲੋਂ ਕੋਈ ਨਾ ਕੋਈ ਹਿੰਸਕ ਕਾਰਵਾਈਆਂ ਪੁੱਠੇ ਸਿੱਧੇ ਕੰਮ ਕਰਵਾਏ ਜਾ ਸਕਣ ਜਿਵੇਂ ਵੱਡੇ ਰੌਲਿਆਂ ਵੇਲੇ 1947 ਚ ਸਾਡੇ ਪੰਜਾਬ ਦੇ ਨਾਲ ਹੋਇਆ। ਇੱਕ ਉਹੋ ਜਿਹੀ ਮਾਨਸਿਕਤਾ ਤੇ ਉਹੋ ਜਿਹੇ ਬੰਦੇ ਪੈਦਾ ਕੀਤੇ ਜਾ ਰਹੇ ਆ ਲਗਾਤਾਰ ਉਹ ਤਾਂ ਕਿ ਉਹਨਾਂ ਨੂੰ ਕੱਲ੍ਹ ਨੂੰ ਕੋਈ ਘੱਟ ਗਿਣਤੀਆਂ ਦੇ ਉੱਤੇ ਜਾਂ ਖਾਸ ਕਰਕੇ ਜਿਹੜੀ ਮੁਸਲਿਮ ਘੱਟ ਗਿਣਤੀ ਆ ਉਹਨੂੰ ਟਾਰਗੇਟ ਕਰਕੇ ਜੇ ਬਾਕੀ ਦੀਆਂ ਵੋਟਾਂ ਜੈ ਸ਼੍ਰੀ ਰਾਮ ਦੇ ਨਾਂ ਤੇ ਇਕੱਠੀਆਂ ਕਰਨੀਆਂ। ਜਦੋਂ ਹੁਣੇ ਵੋਟਾਂ ਪਿੱਛੇ ਜਿਹੀਆਂ ਪੱਛਮੀ ਬੰਗਾਲ 'ਚ ਪਈਆਂ ਆ ਜਿਹੜੀਆਂ ਅਸੀਂ ਉੱਥੇ ਗਏ ਸੀਗੇ ਪੱਛਮੀ ਬੰਗਾਲ ਦੀਆਂ ਸਟੇਟ ਦੀਆਂ ਚੋਣਾਂ ਜਦੋਂ ਕਿਸਾਨਾਂ ਦੀ ਮੂਵਮੈਂਟ ਮੈਂ ਅਸੀਂ ਖੁਦ ਜਾ ਕੇ ਆਏ ਸੀ ਤੇ ਉੱਥੇ ਸਵੇਰੇ ਨਾਅਰੇ ਲੱਗਦੇ ਸੀਗੇ 4 ਵਜੇ ਉੱਠ ਕੇ ਲੱਗ ਪੈਂਦੇ ਸੀਗੇ ਜਿਹੜੇ BJP ਦੇ ਲੋਕ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ। ਉਹਨਾਂ ਨੇ ਕਿਹਾ ਵੀ ਸਾਡੇ ਤੇ ਇੱਥੇ ਉਹਨਾਂ ਦੀ ਆਪਣੇ ਮਤਲਬ ਕਿਸਮ ਦੇ ਸੰਸਕਾਰ ਹੈਗੇ ਆ ਜੈ ਸ਼੍ਰੀ ਰਾਮ ਦਾ ਤਾਂ ਉੱਥੇ ਕੋਈ ਬਹੁਤਾ ਨਹੀਂ ਸੀ ਕਰਦਾ। ਇਹ ਬਾਹਰੋਂ ਆ ਕੇ ਕਿੱਥੋਂ ਆ ਗਏ ਪਰ ਉਹਦੇ ਬਾਵਜੂਦ ਮੇਰਾ ਕਹਿਣ ਦਾ ਭਾਵ ਇਹ ਹੈਗਾ ਆ ਕਿ ਇੱਕ ਹਿੰਦੂਵਾਦੀ ਮਾਨਸਿਕਤਾ ਨੂੰ ਜਾਂ ਤੁਸੀਂ ਇੰਜ ਕਹਿ ਲਓ ਕਿ ਬ੍ਰਾਹਮਣੀਕਲ ਮਾਨਸਿਕਤਾ ਨੂੰ ਕਿਵੇਂ ਠੋਸਣ ਲਈ ਇੱਕ ਜਿਹੜੀਆਂ ਘੱਟ ਗਿਣਤੀਆਂ ਆ ਉਹਨਾਂ ਨੂੰ ਜਲੀਲ ਕੀਤਾ ਜਾਂਦਾ ਆ ਔਰ ਉਹਨਾਂ ਤੇ ਲਗਾਤਾਰ ਇਸ ਕਿਸਮ ਦਾ ਹਮਲੇ ਵੀ ਕੀਤੇ ਜਾਂਦੇ ਆ ਮਾਰਿਆ ਵੀ ਜਾਂਦਾ। ਤੁਸੀਂ ਜਾਣਦੇ ਆ ਜਿਹੜੇ ਆ ਪਿੱਛੇ ਜੇ ਮੌਬ ਲਿੰਚਿੰਗ ਦੇ ਵਿੱਚ ਮਾਰੇ ਗਏ ਆ। ਹਾਂ ਤਾਂ
एक गल सानू समझण दी लोड़ है, जिहड़े कुछ लोग समाज सेवी आ जां एक्टिविस्ट माइंड आ जां जो सारिਆਂ ਲਈ एक स्वै अभिमान का चंगे इज्जत का जीवन जिहड़ा जीण लई ਜਿਹੜੇ ਬੰਦੇ ਲੜਦੇ ਆ ਔਰ ਜਿਹੜੇ ਉਸ ਗੱਲ ਦੇ ਅਨਿਆਈ ਹੈਗੇ ਆ ਉਹਨਾਂ ਲਈ ਇੱਕ ਸੋਚਣ ਵਾਲੀ ਗੱਲ ਹੈ ਇਹ ਹੈ ਕਿ ਜਿਹੜੇ ਮੁਸਲਿਮ ਸਮੁਦਾਇ ਆ ਜੀ ਉਹਨਾਂ ਨੂੰ ਸਾਨੂੰ ਅਲੱਗ ਇਸ ਕਰਕੇ ਨਹੀਂ ਸਮਝਣਾ ਚਾਹੀਦਾ। ਵੱਡੀ ਗਿਣਤੀ 'ਚ ਮੈਨੂੰ ਲੱਗਦਾ ਜੇ ਅੰਕੜੇ ਇਕੱਠੇ ਕੀਤੇ ਜਾਣ ਤੇ 90% ਘੱਟੋ ਘੱਟ ਦਲਿਤ ਹੋਣਗੇ ਜੀ, ਜਿਹੜੇ ਕਦੀ ਦਲਿਤ ਸੀ। ਬਿਲਕੁਲ ਜੀ। ਇਹਨਾਂ ਦੇ ਨਪੀੜਨ ਤੋਂ ਇਹਨਾਂ ਦੇ ਅਪਰੈਸ਼ਨ ਤੋਂ ਦੁਖੀ ਹੋ ਕੇ ਉਹਨਾਂ ਨੇ ਕਿਹਾ ਇਹਨਾਂ ਨੂੰ ਛੱਡ ਦਿਓ, ਜਿਵੇਂ ਕਿ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਨੇ ਬੁੱਧਿਜ਼ਮ ਜੁਆਇਨ ਕਰ ਲਿਆ। ਉਹਨਾਂ ਨੂੰ ਲੱਗਾ ਕਿ ਕਿਉਂਕਿ ਇਸਲਾਮ ਦੇ ਵਿੱਚ ਜਾਤੀ ਲਈ ਕੋਈ ਜਗ੍ਹਾ ਨਹੀਂ। ਅੱਛਾ, ਉਹ ਰਾਜ ਕਰਦੇ ਸੀਗੇ ਜਿਹੜੇ ਮੁਸਲਿਮ ਸੀ, ਇੱਥੇ ਦੇ ਰਾਜੇ ਸੀ, ਇਹਨਾਂ ਨੂੰ ਪ੍ਰੋਟੈਕਸ਼ਨ ਫਿਰ ਮਿਲਦੀ ਸੀ ਜਿਹੜੇ ਸਵਰਨ ਜਾਤੀਆਂ ਦੇ ਦਬਾਅ ਤੋਂ, ਤੇ ਉਹਨਾਂ ਨੂੰ ਲੱਗਦਾ ਸੀ ਕਿ ਚਲੋ ਹਾਂ ਇਹ ਅਸੀਂ ਤੇ ਉਹਨਾਂ ਦੇ ਉਸ ਚੁੰਗਲ ਚੋਂ ਆਜ਼ਾਦ ਹੋ ਗਏ। ਪਰ ਉਹਨਾਂ ਦਾ ਆਰਥਿਕ ਤੌਰ ਤੇ ਸਮਾਜ ਦੇ ਅੰਦਰ ਸਮਾਜਿਕ ਤੌਰ ਤੇ ਵੀ ਜਿਹੜਾ ਰੁਤਬਾ ਆ ਉਹ ਬਦਲਿਆ ਨਹੀਂ। ਇਹੀ ਕਾਰਨ ਆ ਕਿ ਨਾ ਉਹਦਾ ਮੁਸਲਿਮ ਜ਼ਰੂਰ ਆ ਪਰ ਜਿਹੜਾ ਸਮਾਜਿਕ ਐਟੀਟਿਊਡ ਆ ਉਹਨਾਂ ਪ੍ਰਤੀ ਵਤੀਰਾ ਹੈ, ਕਿਉਂਕਿ ਲੋਕਾਂ ਨੂੰ ਪੀੜ੍ਹੀ ਦਰ ਪੀੜ੍ਹੀ ਉਹਨਾਂ ਦੀ ਜਾਤ ਨਹੀਂ ਭੁੱਲਦੀ। ਹੁਣ ਜਿਸ ਤਰ੍ਹਾਂ ਅੰਸਾਰੀ ਹੈਗੇ ਆ ਸਾਡੇ ਰਹੇ ਆ, ਵਾਈਸ ਪ੍ਰੈਜ਼ੀਡੈਂਟ ਰਹੇ ਹੋਏ ਆ, ਪਰ ਉਹ ਲੋਕਾਂ ਨੂੰ ਬਹੁਤਿਆਂ ਨੂੰ ਪਤਾ ਕਿ ਉਹ ਵੀਵਿੰਗ ਕਾਸਟ ਦੇ ਸੀਗੇ ਜੀ, ਉੱਥੋਂ ਕਨਵਰਟ ਹੋਏ ਹੋਏ ਆ ਲੋਕ, ਜੀਨਿਆਲੋਜੀ ਨਹੀਂ ਛੱਡਦੇ। ਹੁਣ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਕ੍ਰਿਸਚੀਅਨ ਆ, ਕ੍ਰਿਸਚੀਅਨ ਦੇ ਅੰਦਰ ਕੋਈ ਵੀ ਜਾਤ ਨਹੀਂ ਆ, ਉੱਥੇ ਤੇ ਉਹਨਾਂ ਨੇ ਇੱਕ ਅਲੱਗ ਜਥੇਬੰਦੀ ਬਣਾਈ, ਉਹਨਾਂ ਦਾ ਨਾਂ ਰੱਖਿਆ ਦਲਿਤ ਕ੍ਰਿਸਚੀਅਨਸ। ਬਿਲਕੁਲ ਜੀ। ਤੇ ਉਹ ਲੜਦੇ ਆ ਕਿ ਸਾਨੂੰ ਰਿਜ਼ਰਵੇਸ਼ਨ ਦਿਓ। ਬਿਲਕੁਲ। ਪੰਜਾਬ 'ਚ ਵੀ ਇੱਦਾਂ ਹੀ ਆ ਕਿ ਜਿਹੜੇ ਉਹ ਪਾਸਟਰ ਨੇ ਜ਼ਿਆਦਾਤਰ, ਕਿਸੇ ਨੇ ਸੰਧੂ ਲਿਖਿਆ ਹੋਇਆ, ਕੋਈ ਨਰੂਲਾ ਲਿਖਿਆ ਹੋਇਆ, ਬੀਇੰਗ ਏ ਕ੍ਰਿਸਚੀਅਨ ਵੀ ਉਹ ਆਪਣਾ ਜਿਹੜਾ ਸਰਨੇਮ ਆਪਣੀ ਕਾਸਟ ਨਹੀਂ ਛੱਡਦੇ ਹੈਗੇ। ਮੈਂ ਅੱਛਾ ਉਹ ਵੀ ਗੱਲ ਹੈ ਬਿਲਕੁਲ। ਮੈਂ ਤੁਹਾਨੂੰ ਇਹ ਦੱਸਦਾ ਕਿ ਮੈਂ ਗੋਆ ਦੇ ਵਿੱਚ ਸੀਗਾ, ਉੱਥੇ ਤੇ ਕੈਥੋਲਿਕਸ ਦਾ ਗੜ੍ਹ ਸੀ ਕਿਸੇ ਵੇਲੇ, ਉਹ ਪੁਰਤਗੀਜ਼ੀ ਕੌਲੋਨੀ ਰਹੀ ਹੈ 400 450 ਸਾਲ। ਉੱਥੇ ਮੈਟਰੀਮੋਨੀਅਲ ਜਿਹੜੇ ਆਉਂਦੇ ਸੀ ਅਖਬਾਰਾਂ ਦੇ ਵਿੱਚ, ਨਾਭਾ ਟਾਈਮਸ ਜਾਂ ਇਹੋ ਜਿਹੀਆਂ ਅਖਬਾਰਾਂ ਸੀ, ਛਤਰੀਆ ਬ੍ਰਾਹਮਣ ਨੂੰ ਵਰ ਚਾਹੀਏ ਜੀ, मतलब नहीं सॉरी, क्षत्रिया कैथोलिक्स नूं वार चाहिए, ब्राह्मण कैथोलिक नूं वार चाहिए, यानी नाल जात ते नाल कैथोलिक ते नाल फिर उहदा आकूपेशन ते एज ते सारी क्वालिफिकेशन। इस करके ओपनली जातां नूं दस्सिया जांदा, सोशली एक्सप्रैस किया जांदा ते वड्डी गिणती च भावें ओह क्रिश्चियन कन्वर्ट होए आ, भावें ਉਹ ਸਿੱਖ ਦੇ ਵਿੱਚ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਆਉਣੇ ਚਾਹੀਦੇ ਸੀ। ਤਾਂ ਹੀ ਇਸੇ ਕਰਕੇ ਤੇ ਸਾਡਾ ਉਹ ਪਾੜਾ ਕਦੀ, ਹਾਲਾਂਕਿ ਫਾਊਂਡੇਸ਼ਨ ਉਹੋ ਹੀ ਸੀਗੀ, ਉਧਰ ਨੂੰ ਆਪਾਂ ਚੱਲੇ ਨਹੀਂ, ਉਸ ਨੂੰ ਵੀ ਮਟੇਨ ਦੀ ਲੋੜ ਹੈਗੀ ਆ। ਤੇ ਜਿਹੜਾ ਤੁਸੀਂ ਇਹ ਮੋਹਸਿਨ ਖਾਨ ਦਾ ਕੇਸ ਦੱਸਦੇ ਆ ਨਾ, ਉਹ ਹੈ ਮਾਨਸਿਕਤਾ ਉਹੀ ਹੈ। ਅੱਜ ਵੀ ਪਿੰਡ ਦੇ ਵਿੱਚ ਤੁਸੀਂ ਗੁਰਦਾਸਪੁਰ 'ਚ ਚਲੇ ਜਾਓ, ਮੈਂ ਪਿੰਡ 'ਚ ਹਾਂ, ਜਿਨ੍ਹਾਂ ਪਿੰਡਾਂ ਦੇ ਵਿੱਚ ਕ੍ਰਿਸਚੀਅਨ ਵੀ ਸੀਗੇ ਸਾਡੇ ਪਿੰਡਾਂ 'ਚ, ਤੇ ਉਹਨਾਂ ਪ੍ਰਤੀ ਜਿਹੜਾ ਅਪਰ ਕਾਸਟਾਂ ਦਾ ਐਟੀਟਿਊਡ ਸੀ ਕਿਤੇ ਵੀ ਦਲਿਤਾਂ ਨਾਲੋਂ ਵੀ ਸਗੋਂ ਇੱਕ ਦਰਜਾ ਥੱਲੇ ਸੀ, ਕਿ ਉਹ ਦਲਿਤਾਂ ਨੂੰ ਤਾਂ ਸਮਝਦੇ ਸੀ ਇਹ ਸਾਡੇ ਬਰਾਦਰੀਆਂ ਦੇ ਭਾਈਚਾਰੇ 'ਚੋਂ ਆ, ਉਹਨਾਂ ਨੂੰ ਸਮਝਦੇ ਇਹ ਦੂਜੇ ਧਰਮ ਦੇ, ਤੇ ਉਹਨਾਂ ਨੂੰ ਇੱਕ ਡਿਗਰੀ ਹੋਰ ਥੱਲੇ ਦੇਖਦੇ ਸੀਗੇ। ਉਹ ਆਪਣੇ ਆਪ ਨੂੰ ਭੱਜੇ ਆ ਕਿ ਅਸੀਂ ਲਿਬਰੇਟ ਹੋਏ। ਜਿਹੜਾ ਸਮਾਜ ਆ ਉਹ ਉਹਨਾਂ ਨੂੰ ਉੱਪਰੋਂ ਪਕੜ ਕੇ ਰੱਖ ਰਿਹਾ। ਉਹ ਕਹਿੰਦਾ ਤੁਸੀਂ ਜਾਓਗੇ ਕਿਵੇਂ, ਅਸੀਂ ਤੇ ਤੁਹਾਡੀ ਜਾਤ ਸਾਰਿਆਂ 'ਚ ਲਗਾਤਾਰ ਦੱਸਦੇ ਰਹਾਂਗੇ, ਭਾਵੇਂ ਤੁਸੀਂ 10 ਧਰਮ ਬਦਲ ਲਓ, ਭਾਵੇਂ 10 ਕੱਪੜੇ ਬਦਲ ਲਓ, ਅਸੀਂ ਦੱਸਾਂਗੇ ਵੀ ਤੁਸੀਂ ਆਹ ਹੀ ਆ। ਸੱਚਰ ਕਮੇਟੀ ਨੇ ਵੀ ਇਹ ਤੇ ਦੱਸਿਆ ਸੀ ਬਿਲਕੁਲ ਕਿ ਅਸੀਂ ਤੁਹਾਨੂੰ ਸੈਲਫ ਰਿਸਪੈਕਟ ਜਿਹੜੀ ਤੁਸੀਂ ਲੈਣੀ ਚਾਹੁੰਦੇ ਆ ਬਾਈਪਾਸ ਕਰਕੇ, ਉਹ ਅਸੀਂ ਤੁਹਾਨੂੰ ਨਹੀਂ ਲੈਣ ਦੇਵਾਂਗੇ। ਇਹ ਬੜੇ ਕੰਪਲੀਕੇਟਡ ਮਾਮਲੇ ਹੈਗੇ। ਇਸ ਲਈ ਚਾਹੀਦਾ ਇਹ ਹੈ ਕਿ ਭਾਵੇਂ ਉਹ ਮਾਮਲੇ ਜਿਹੜੇ ਦਲਿਤਾਂ ਦੇ ਹੋਣ, ਆਦੀਵਾਸੀਆਂ ਦੇ ਹੋਣ, ਜਾਂ ਇੱਥੇ ਦੀਆਂ ਘੱਟ ਗਿਣਤੀਆਂ ਦੇ ਹੋਣ, ਉਹਨਾਂ ਸਾਰਿਆਂ ਨੂੰ ਇੱਕ ਸੋਲਿਡ ਤਕੜਾ ਆਪਣਾ ਫਰੰਟ ਬਣਾ ਕੇ, ਤੇ ਜਿਹੜੇ ਲੋਕ ਅਪਰੈਸ ਕਰਦੇ ਆ ਲਗਾਤਾਰ ਆਪਣੇ ਆਪ ਨੂੰ, ਇਸ ਕਿਸਮ ਦਾ ਗੁਰਜਰ ਜਾਂ ਹੋਰ ਜਾਂ ਠਾਕਰ ਜਾਂ ਕਿੰਨੇ ਵੀ ਭੂਮੀਹਾਰ, ਬਹੁਤ ਲੋਕ ਇਹੋ ਜਿਹੇ ਹੈਗੇ ਜਿਹੜੇ ਦਬਾਉਣਾ ਚਾਹੁੰਦੇ ਆ, ਉਹਨਾਂ ਵਿਰੁੱਧ ਮਹਾਜ, ਕਿਉਂਕਿ ਇਹ ਲਾਰਜ ਮੈਜੋਰਿਟੀ ਜੀ ਆ। ਕਾਂਸ਼ੀਰਾਮ ਲਗਾਤਾਰ ਕਹਿੰਦਾ ਰਿਹਾ ਕਿ ਤੁਸੀਂ 85%, ਤੁਸੀਂ 15% ਦੇ ਥੱਲੇ ਕਿਉਂ ਲੱਗਦੇ ਆ। ਇਹ ਸੋਚ ਜਿਹੜੀ ਆ ਉਸ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈਗੀ ਜੀ। ਪ੍ਰੋਫੈਸਰ ਸਾਹਿਬ, ਇੱਕ ਦੇਖਿਆ ਇੱਕ ਪਾਸੇ ਪੂਰੇ ਹਿੰਦੁਸਤਾਨ ਦੇ ਵਿੱਚ ਕਿਤੇ ਕਿਤੇ ਕਈ ਜਾਂ ਤਾਂ ਸਰਕਾਰ ਆ, ਜਿਵੇਂ ਬੀਜੇਪੀ ਗਵਰਨਮੈਂਟ ਤਾਂ ਬਿਲਕੁਲ ਸਿੱਧਾ ਹੀ ਮਿਨੋਰਟੀ ਦੇ ਖਿਲਾਫ ਹੋ ਰਹੀ ਆ। ਤੁਸੀਂ ਦੱਸਿਆ ਕਿ ਇਲੈਕਸ਼ਨਾਂ ਦੇ ਵਿੱਚ ਇਹਨਾਂ ਦੀ ਕੰਪੇਨ ਚੱਲਦੀ ਸੀ। ਮੈਂ ਵੀ ਦਿੱਲੀ ਦੇ ਵਿੱਚ ਦੇਖਿਆ ਕਿ ਇੱਕ ਜਿਹੜਾ ਆਟੋ ਵਾਲਾ ਉਹਨਾਂ ਦਾ ਕੰਪੇਨਰ ਆ, ਉਹਦੇ ਵਿੱਚ ਇੱਕ ਗਾਣਾ ਲੱਗਿਆ ਹੋਇਆ ਸੀ ਕਿ ਭਗਵਾਂ ਹੀ ਲਹਿਰਾਇਆ ਜਾਏਗਾ। ਇੱਦਾਂ ਦੇ ਗਾਣੇ ਲੱਗੇ ਹੋਏ ਸੀ ਜਿਹੜੇ ਕਿ ਲੋਕਾਂ ਨੂੰ ਇੱਕ ਪ੍ਰੋਟੈਕਸ਼ਨ ਦੇ ਰਹੇ ਨੇ, ਇੰਸਟੀਗੇਟ ਕਰ ਰਹੇ ਨੇ। ਦੂਜੇ ਪਾਸੇ ਪੰਜਾਬ ਦੇ ਵਿੱਚ ਆਪਾਂ ਦੇਖਿਆ ਹੁਣ ਹੜ੍ਹ ਆਏ ਹੋਏ ਨੇ, ਕਿਸੇ ਨੇ ਕੋਈ ਵੀਡੀਓ ਆ ਰਹੀ ਸੀ ਕਿ ਦੋਨਾਂ ਪੰਜਾਬਾਂ ਦੇ ਵਿੱਚ ਪਾਣੀ ਆਇਆ ਹੋਇਆ। ਦੂਜੇ ਨੰਬਰ ਤੇ ਪੰਜਾਬ ਦੇ ਵਿੱਚ ਹਲੇ ਵੀ ਲੋਕਾਂ ਨੇ ਜਿਹੜੇ 47 ਦੀ ਜਿਹੜੀ ਵੰਡ ਆ, ਹਲੇ ਤੱਕ ਵੀ ਲੋਕਾਂ ਦੇ ਵਿੱਚ ਜਿਹੜੀ ਉਹ ਸੰਤਾਪ
ਹੈਗਾ, ਲੋਕਾਂ ਦੇ ਵਿੱਚ ਲੋਕਾਂ ਦੇ ਵਿੱਚ ਦਰਦ ਹੈਗਾ, ਹਾਲੇ ਵੀ ਉਹ ਹੀਲ ਨਹੀਂ ਕਰ ਪਾਏ। ਉਹਦੇ ਵਿੱਚ ਕੁਛ ਉਹਦੇ ਵਿੱਚ ਇੱਕ ਜਿੱਦਾਂ ਪੂਰੇ ਦੇਸ਼ ਤੋਂ ਇਲਾਵਾ ਪੰਜਾਬ 'ਚ ਇੱਕ ਚੰਗੀ ਖਬਰ ਆਪਾਂ ਦੇਖਿਆ ਅਖਬਾਰਾਂ 'ਚ ਕਿ ਕਿਸੇ ਸ਼ਹਿਰ ਦੇ ਵਿੱਚ ਕਿਸੇ ਪਿੰਡ ਦੇ ਵਿੱਚ ਇੱਕ ਜਿਹੜੀ ਮਸਜਿਦ ਸੀ ਉਸ ਟਾਈਮ ਦੇ ਉੱਤੇ ਜਿਹੜੀ ਖਤਮ ਹੋ ਚੁੱਕੀ ਸੀ, ਉਹ ਮਸਜਿਦ ਨੂੰ ਦੁਬਾਰਾ ਉਹਨਾਂ ਨੇ ਜਿਹੜਾ ਰੀਬਿਲਡ ਕੀਤਾ ਜੀ। ਇਹ ਬਰਨਾਲੇ ਦਾ ਇੱਕ ਪਿੰਡ ਆ ਬਖਤਪੁਰਾ ਜੀ, ਬਖਤੂਪੁਰਾ। ਉਸ ਪਿੰਡ ਦੇ ਵਿੱਚ ਇੱਕ ਅਮਨਦੀਪ ਸਿੰਘ ਜ਼ਮੀਨ ਵਾਲਾ ਕੋਈ ਹੈ ਕਿਸਾਨ ਹੈਗਾ, ਉਹਨੇ 250 ਗਜ ਜਗ੍ਹਾ ਦਿੱਤੀ ਹੈ ਮਸਜਿਦ ਨੂੰ। ਇਹ ਮਸਜਿਦ ਅਨਅਟੈਂਡਡ ਛੱਡੀ ਹੋਈ ਸੀ ਵੇਲਿਆਂ, ਉਦੋਂ ਦੇ ਰੌਲਿਆਂ ਦੇ ਵੇਲੇ ਦੀ ਮੁਸਲਮਾਨਾਂ ਦੀ ਸੀ। ਤੁਹਾਨੂੰ ਪਤਾ ਸਾਡੇ ਏਰੀਏ ਦੇ ਵਿੱਚ 40% ਤੋਂ ਉੱਪਰ ਮੁਸਲਿਮ ਇੱਥੇ ਪੰਜਾਬ ਦੇ ਵਿੱਚ ਸੀਗੇ, ਵੱਡੀ ਗਿਣਤੀ 'ਚ ਮੁਸਲਮਾਨ ਸੀਗੇ। ਉਹ ਛੱਡ ਕੇ ਚਲੇ ਗਏ ਤੇ ਮਸਜਿਦਾਂ ਨੂੰ ਕਹਿੰਦੇ ਫਿਰ ਪੁੱਛਣਾ ਸੀ, ਉਹ ਉਂਝ ਹੀ ਰਹਿ ਗਈਆਂ। ਜਮਾਤੇ ਇਸਲਾਮੀ ਹਿੰਦ ਨੇ ਅੱਜ ਇਹ ਕਲੇਮ ਕੀਤਾ ਕਿ ਇਸ ਤਰੀਕੇ ਨਾਲ ਜਿਵੇਂ ਇਸ ਮਸਜਿਦ ਨੂੰ ਪਿਛਲੇ ਨਵੰਬਰ ਦਸੰਬਰ ਤੋਂ 2022 ਤੋਂ ਤਿਆਰ ਕਰਨ ਲੱਗੇ ਆ ਤੇ ਹੋਰ ਥੋੜੇ ਮਹੀਨਿਆਂ 'ਚ ਤਿਆਰ ਹੋ ਜੂਗੀ। 165 ਮਸਜਿਦਾਂ ਦੁਬਾਰਾ ਠੀਕ ਠਾਕ ਪੰਜਾਬ ਦੇ ਵਿੱਚ ਇੱਥੋਂ ਦੇ ਲੋਕਾਂ ਨੇ, ਪੰਜਾਬੀਆਂ ਨੇ ਰਲ ਕੇ ਤੇ ਮੁਸਲਮਾਨਾਂ ਦੇ ਨਾਲ ਰਲ ਕੇ ਉਹ ਠੀਕ ਠਾਕ ਕੀਤੀਆਂ, ਰਿਪੇਅਰ ਕੀਤੀਆਂ ਤੇ ਦੁਬਾਰਾ ਉੱਥੇ ਤੁਸੀਂ ਪ੍ਰੇਅਰ ਕਰਨ ਦੇ ਉਹਨਾਂ ਨੂੰ ਕਾਬਿਲ ਬਣਾਇਆ। ਮੈਨੂੰ ਇਸ ਗੱਲ ਦਾ ਇਸ ਕਰਕੇ ਚੰਗਾ ਲੱਗਾ ਕਿ ਲੋਕਾਂ ਦੇ ਵਿੱਚ ਜਿਹੜਾ ਪਛਤਾਵਾ ਆਇਆ ਕਿ ਅਸੀਂ ਐਵੇਂ ਹੀ ਭਰਾ ਸੀ ਤੇ ਭਰਾ ਮਾਰ ਕੀਤੀ। ਹੁਣ ਉਸ ਨੂੰ ਪਛਤਾਵੇ ਨੂੰ ਇੱਕ ਪੋਜ਼ਿਟਿਵ ਹੰਗਾਰਾ ਦੇਣ ਲਈ ਕਿ ਨਹੀਂ ਅਸੀਂ ਭਰਾ ਵਾਂ ਸੱਚੀ ਮੁੱਚੀ, ਇਹੋ ਜਿਹਾ ਜਿਹੜਾ ਕੰਮ ਆ ਉਹ ਬਹੁਤ ਹੀ ਰਾਹਤ ਦਾ ਕੰਮ, ਬਹੁਤ ਹੀ ਇੱਕ ਮਲਮ ਦਾ ਕੰਮ ਉਸ ਜ਼ਖਮ ਦੇ ਉੱਤੇ ਕਰਦਾ। ਔਰ ਇਹਦੇ 'ਚ ਮੈਂ ਇਹ ਵੀ ਦੱਸ ਦਿਆਂ ਕਿ ਉਹਨਾਂ ਨੇ ਜਦੋਂ ਅਪੀਲ ਕੀਤੀ, ਪਿੰਡ ਦਿਆਂ ਲੋਕਾਂ ਨੇ 2 ਲੱਖ ਰੁਪਈਆ ਦਿੱਤਾ। ਫਿਰ ਹੋਰ ਮੁਸਲਿਮ 15 ਘਰ ਆ ਪਿੰਡ ਦੇ ਵਿੱਚ, ਉਹਨਾਂ ਨੇ ਵੀ ਥੋੜ੍ਹੇ ਜਿਹੇ ਪੈਸੇ ਦਿੱਤੇ। ਫਿਰ ਨਾਲ ਦੇ ਪਿੰਡ ਵਾਲਿਆਂ ਨੇ ਵੀ ਪੈਸੇ ਦੇ ਦਿੱਤੇ। ਫਿਰ ਕੁਛ ਇਹ ਜਿਹੜੇ ਬਾਹਰੋਂ ਆ ਕੇ ਇੱਥੇ ਮੁਸਲਿਮ ਸਮੁਦਾਇ ਦੂਜੇ ਸੂਬਿਆਂ 'ਚੋਂ ਵੀ ਆ, ਉਹਨਾਂ ਨੂੰ ਪਤਾ ਲੱਗਾ ਕਿ ਸਾਡੇ ਨੇੜੇ ਇੱਥੇ ਇੱਕ ਮਸਜਿਦ ਦੀ ਸੇਵਾ ਹੋ ਰਹੀ ਆ, ਉਹਨਾਂ ਨੇ ਵੀ ਕੀਤਾ। ਤੇ ਬਾਅਦ ਵਿੱਚ ਉੱਥੇ ਲੰਗਰ ਦੀ ਵੀ ਸੇਵਾ ਸ਼ੁਰੂ ਕੀਤੀ ਹੋਈ ਆ, ਜੋ ਸਿੱਖ ਜਿਹੜਾ ਇੱਕ ਧਰਮ ਦਾ ਉਹਨਾਂ ਦਾ ਹਿੱਸਾ ਹੈ ਕਿ ਕਿਵੇਂ ਲੰਗਰ ਪੰਗਤ ਸੰਗਤ ਕਿ ਮਾਨੇ ਕਿ ਅਸੀਂ ਅਲੱਗ ਨਹੀਂ ਹੈ, ਸਾਰੀ ਇਨਸਾਨੀਅਤ ਇੱਕੋ ਜਿਹੀ ਹੈ, ਸਾਰੇ ਇਨਸਾਨ ਇਹੋ ਇੱਕੋ ਜਿਹੇ ਆ, ਉਹ ਵੀ ਉੱਥੇ ਸੇਵਾ ਚੱਲਦੀ ਹੈ। ਤਾਂ ਮੈਨੂੰ ਇਹ ਖਬਰ ਪੜ੍ਹ ਕੇ ਇਸ ਕਰਕੇ ਬਹੁਤ ਚੰਗਾ ਲੱਗਾ। ਇੱਕ ਤੇ ਇਹ ਕਿ ਅਸੀਂ ਪੰਜਾਬੀ ਆਪਣੀ ਆਤਮਾ ਨੂੰ ਮਾਰਿਆ ਨਹੀਂ, ਇਨਸਾਨੀਅਤ ਤੋਂ ਉਹ ਅਜੇ ਜਿੰਦਾ ਹੈ, ਉਸ ਨੂੰ ਪਨਪਣ ਲਈ ਥੋੜ੍ਹਾ ਧੱਕਾ ਦੇਣ ਦੀ ਲੋੜ, ਥੋੜ੍ਹੀ ਹਵਾ ਦੇਣ ਦੀ ਲੋੜ ਹੈ। ਦੂਸਰੀ ਗੱਲ ਕਿ ਪਾਕਿਸਤਾਨ ਵਾਲੇ ਪੰਜਾਬੀਆਂ ਨੂੰ ਜਾਂ ਪਾਕਿਸਤਾਨੀ ਮੁਸਲਿਮ ਸਮੁਦਾਇ ਨੂੰ ਸਮਝਣਾ ਚਾਹੀਦਾ ਕਿ ਜਦੋਂ ਸਾਨੂੰ ਉਦੋਂ ਵਾਘਿਓਂ ਪਾਰ ਕੋਈ ਇਹੋ ਜਿਹੀ ਖਬਰ ਆਉਂਦੀ ਹੈ ਕਿ ਭਾਈ ਉੱਥੇ ਕੁੜੀ ਦੇ ਨਾਲ ਜ਼ਬਰਦਸਤੀ ਕੋਈ ਇੰਡੀਅਨ ਕੁੜੀ ਨਾਲ ਵਿਆਹ ਕਰਾ ਲਿਆ, ਜਾਂ ਫਲਾਣੇ ਦੇ ਨਾਲ ਧੱਕਾ ਹੋਇਆ, ਜਾਂ ਉੱਥੇ ਦੇ ਕਿਸੇ ਮੰਦਿਰ ਦੇ ਨਾਲ ਕੋਈ ਜਾਂ ਕਿਸੇ ਨਾਲ ਸਿੱਖਾਂ ਨਾ ਹੋਵੇ, ਮੰਦਿਰ ਗੁਰਦੁਆਰਾ ਸਾਹਿਬ ਨਾ ਹੋਵੇ। ਖੈਰ ਗੁਰਦੁਆਰਿਆਂ ਦੀ ਤਾਂ ਬਹੁਤ ਖਬਰ ਨਹੀਂ ਆਉਂਦੀ, ਕਦੀ ਕਦੀ ਆਉਂਦੀ ਆ, ਕਦੀ ਕਦੀ ਆਈ ਸੀ ਪਿੱਛੇ ਜੇ, ਪਰ ਜ਼ਿਆਦਾ ਮੰਦਿਰ ਦੀ ਖਬਰ ਕਿ ਉੱਥੇ ਉਹਨਾਂ ਦੀ ਬੇਹੁਰਮਤੀ ਹੋਈ ਜਾਂ ਇਸ ਤਰ੍ਹਾਂ ਦਾ ਹੋਇਆ, ਉਹ ਸਾਰਾ ਜਿਹੜਾ ਸਾਨੂੰ ਉੱਥੋਂ ਵੀ ਚੰਗੀ ਹਵਾ ਇਹੋ ਜਿਹੀ ਆਉਣੀ ਚਾਹੀਦੀ ਆ। ਕਿਉਂਕਿ ਪੰਜਾਬੀ ਤੇ ਪੰਜਾਬੀ ਹੀ ਹੈ, ਆਪਾਂ ਸਾਰੇ ਹੀ ਇਕੱਠੇ ਸੀ। ਕੀ ਹੋਇਆ ਜੇ ਇੱਕ ਕੰਡਿਆਂ ਵਾਲੀ ਤਾਰ ਨੇ ਸਾਨੂੰ ਮਿਲਣ ਤੋਂ ਰੋਕ ਦਿੱਤਾ? ਦਿਲ ਤੇ ਤਾਂਘਦੇ ਹੀ ਹੈ ਇੱਕ ਦੂਜੇ ਨੂੰ ਜੱਫੀ ਪਾਉਣ ਲਈ। ਜੀ ਦੋਸਤੋ, ਇਹ ਸਨ ਅੱਜ ਦੇ ਮੁੱਦੇ। ਅਗਲੇ ਪ੍ਰੋਗਰਾਮ ਦੇ ਵਿੱਚ ਅਸੀਂ ਕੁਝ ਨਵੇਂ ਮੁੱਦੇ ਲੈ ਕੇ ਆਵਾਂਗੇ। ਉਦੋਂ ਤੱਕ ਬਣੇ ਰਹਿਣ ਲਈ ਧੰਨਵਾਦ। ਹਰ ਤਰ੍ਹਾਂ ਦੀ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਕਾਂਸ਼ੀ ਟੀਵੀ। ਹਰ ਅਪਡੇਟ ਦਾ ਸੰਕੇਤ ਮਿਲਦਾ ਰਹੇ, ਦਬਾਓ ਬੈਲ ਆਈਕਨ ਅਤੇ ਲਾਈਕ ਕਰੋ ਫੇਸਬੁੱਕ ਪੇਜ ਕਾਂਸ਼ੀ ਟੀਵੀ।